ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਖੱਟੀਆਂ ਮਿੱਠੀਆਂ ਗੱਲਾਂ ਤੁਹਾਡੇ ਨਾਲ ਅਸੀਂ ਜੌਲ ਸਾਹਿਬ ਸਾਡੇ ਨਾਲ ਹਾਜ਼ਰ ਨੇ। ਜੌਲ ਸਾਹਿਬ, ਅ ਵੈਰੀ ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਅੱਜ ਬਹੁਤ ਮਿਹਰਬਾਨੀ। ਆਪਣੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ। ਇੱਕ ਵਾਰੀ ਫਿਰ ਤੋਂ ਜੌਲ ਸਾਹਿਬ, ਤੁਹਾਨੂੰ ਜੇ ਨਾ ਪਤਾ ਹੋਏ, ਕੱਲ ਇੱਕ ਬਹੁਤ ਪਰਸੋਂ ਐਕਚੁਅਲੀ ਥੋੜ੍ਹਾ ਜਿਹਾ ਇੱਕ ਹਾਦਸਾ ਹੋਇਆ ਸਾਡੇ ਡਰਾਈਵੇ ਦੇ ਉੱਤੇ। ਜਿੱਦਾਂ ਅਸੀਂ ਸਾਰੇ ਬੋਲਦੇ ਹੀ ਹਾਂ ਜੀ, ਐਂਡ ਰੰਗਲਾ ਪੰਜਾਬ ਐਜ਼ ਅ ਮੀਡੀਆ ਰਿਪੋਰਟਰ ਤੁਹਾਡੇ ਵਾਸਤੇ ਪੇਸ਼ ਕਰਿਆ। ਸਾਡੇ ਘਰ ਦੇ ਬਾਹਰ ਜੌਲ ਸਾਹਿਬ ਲੈਕਸਿਸ ਗੱਡੀ ਹੈ ਜੀ, ਐਂਡ ਐਜ਼ ਯੂ ਨੋ ਲੈਕਸਿਸ ਇਜ਼ ਵਨ ਆਫ ਦਾ ਮੇਨਲੀ ਗੱਡੀ ਜਿਹੜੀਆਂ ਚੋਰੀਆਂ ਹੁੰਦੀਆਂ ਨੇ। ਰਾਤ ਦੇ 3:15 ਕੁਛ ਸ਼ੈਤਾਨ ਲੋਕ ਆਏ, ਮੈਂ ਟੈਲੀਵਿਜ਼ਨ ਤੇ ਵੀ ਦਿਖਾ ਰਿਹਾ, ਸਾਰੇ ਦੇਖ ਵੀ ਸਕਦੇ ਨੇ। ਚਿੱਟੀ ਸਾਡੀ ਜਿਹੜੀ ਲੈਕਸਿਸ ਆ ਉਸ ਦੇ ਬਾਹਰ ਫਿਰ ਪਹਿਲਾਂ ਉਹ ਬ੍ਰਾਂਡ ਦੇਖਦੇ ਆ, ਫਿਰ ਵਿਨ ਨੰਬਰ ਦੇਖਦੇ, ਫਿਰ ਹੌਲੀ ਹੌਲੀ ਜੀ ਗੱਡੀ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕਰਦੇ, ਭਾਵ ਲੌਕ ਖੋਲ੍ਹਣ ਦੀ ਕੋਸ਼ਿਸ਼ ਕਰਦੇ ਆ। ਯੈਸ, ਔਰ ਆਈ ਥਿੰਕ ਵੀ ਉਹ ਲੌਕ ਨੂੰ ਜਾਂ ਕਹ ਲਓ ਵੀ ਕੀ ਜਿਹੜੀ ਪ੍ਰੋਗਰਾਮਿੰਗ ਆ ਉਹਨੂੰ ਕਾਪੀ ਕਰਨ ਦੀਆਂ ਡਿਵਾਈਸਿਸ ਵੀ ਉਹਨਾਂ ਦੀਆਂ ਹੱਥ 'ਚ ਹੀ ਹੁੰਦੀਆਂ ਜਾਂ ਜੇਬ 'ਚ। ਅੱਛਾ। ਵੀ ਲੋਡ ਪੈਣ ਤੇ ਉਹ ਵੀ ਕਾਪੀ ਕਰ ਲਈ ਜਾਂਦੀ ਆ, ਤੇ ਜਿਹੜਾ ਵੀ ਫੋਬ ਦੀ ਜਾਣੀ ਲੋੜ ਹੀ ਨਾ ਰਵੇ ਗੱਡੀ ਨੂੰ ਸਟਾਰਟ ਕਰਨ ਲਈ, ਤੇ ਉਹਨਾਂ ਕੋਲ ਫਿਰ ਆਪਣੇ ਤਰੀਕੇ ਹੈਗੇ ਆ ਕਿਉਂਕਿ ਇਲੈਕਟ੍ਰੋਨਿਕ ਆ ਸਭ ਕੁਛ। ਸੋ ਉਸ ਲਿਹਾਜ਼ ਨਾਲ ਜਿਹੜੀਆਂ ਬਹੁਤੀਆਂ ਗੱਡੀਆਂ ਮਤਲਬ ਚੋਰੀ ਹੋ ਰਹੀਆਂ ਸਾਡੇ ਇੱਥੇ ਕੈਨੇਡਾ ਦੇ ਵਿੱਚ, ਸਪੈਸ਼ਲੀ ਲੈਕਸਿਸ ਨੂੰ ਬਹੁਤ ਹੋ ਰਹੀਆਂ ਨੇ। ਲੈਕਸਿਸ ਨੂੰ ਲੈ ਕੇ ਮੈਂ ਕਾਫੀ ਵੀਰ ਭੈਣਾਂ ਨਾਲ ਗੱਲ ਕਰ ਰਿਹਾ ਸੀ ਕਿ ਸਾਡੀ ਵੀ ਗੱਡੀ ਚੋਰੀ ਹੋਈ ਹੈ, ਪਰੰਤੂ ਇਹਨਾਂ ਗੱਡੀਆਂ ਦੇ ਵਿੱਚ ਇੰਨਾ ਸੈਂਸਰ ਲੱਗਿਆ ਹੁੰਦਾ ਹੈ, ਐਂਡ ਤੁਸੀਂ ਜਿੱਦਾਂ ਟੈਲੀਵਿਜ਼ਨ ਦੇ ਸਰੋਤੇ ਸਾਡੇ ਦੇਖ ਹੀ ਰਹੇ ਨੇ, ਅਲਾਰਮ ਵੱਜਦਾ ਹੈ ਤੇ ਇਹ 2 ਮਿੰਟ ਨਹੀਂ ਲਾਉਂਦੇ ਭੱਜਣ ਨੂੰ। ਕਿਉਂਕਿ ਦੇਖੋ ਇਹ ਲੈਕਸਸ ਵਨ ਆਫ ਦੈਮ, ਪਰ ਜਿੰਨੇ ਵੀ ਜਾਣੀ ਐਕਸਪੈਂਸਿਵ ਲਗਜ਼ਰੀ ਬ੍ਰਾਂਡਸ ਹੈਗੇ ਆ ਨਾ ਜੀ, ਇਹਦੇ ਵਿੱਚ ਮਰਸੀਡੀਜ਼ ਹੋਏ, BMW ਹੋਏ, ਜਾਂ ਜਿਸ ਤਰ੍ਹਾਂ ਲੈਕਸਸ ਆ, ਬਾਕੀ ਸਾਰੇ ਬ੍ਰਾਂਡਸ ਆ, ਜੈਗੁਆਰ ਆ, ਹਨਾ, ਤੇ ਇੱਕ ਆਪਾਂ ਜਿਹਨੂੰ ਵੈਸੇ ਨਾਂ ਤੇ ਔਖਾ ਜਿਹਾ ਪੰਜਾਬੀਆਂ ਵਾਸਤੇ, ਪਰ ਉਹਨੂੰ ਲੰਬੜਦਾਰ ਨਹੀਂ ਕਹਿ ਦਿੰਦੇ ਆ। ਲੰਬੜਦਾਰ, ਲੈਂਬਰਗਿਨੀ, ਲੰਬੜਦਾਰ ਨਹੀਂ। ਦੇ ਬ੍ਰਾਂਡ ਜਿਹੜੇ ਜੀ ਉਹ ਚੋਰਾਂ ਦੇ ਵਿੱਚ, ਚੋਰੀਆਂ ਦੇ ਵਿੱਚ ਬੜੇ ਡਿਮਾਂਡ ਦੇ ਵਿੱਚ ਹੈ, ਤੇ ਉਹ ਪੁਲਿਸ ਨੇ ਤਾਂ ਪਿੱਛੇ ਇਹ ਵੀ ਹੁਣ ਰਿਲੀਜ਼ ਕੀਤਾ ਸੀਗਾ ਯਾਰ, ਇਹ ਨਾ ਮਿੰਟੋ ਮਿੰਟ ਹੀ ਜਾਣੀ ਇੱਦਾਂ ਦੀਆਂ ਇਹਨਾਂ ਦੀਆਂ ਤਿਆਰੀਆਂ ਪ੍ਰੈਪਰੇਸ਼ਨਸ ਹੁੰਦੀਆਂ ਵੀ ਨਾਲੋਂ ਨਾਲ ਹੀ ਜਾਣੀ ਕਿ ਗੱਡੀਆਂ ਜਿਹੜੀਆਂ ਉਹ ਚੜ੍ਹਾਤੀਆਂ ਜਾਂਦੀਆਂ ਸ਼ਿਪਸ ਦੇ ਵਿੱਚ, ਵੀ ਗੱਡੀਆਂ ਉਹ ਐਕਸਪੋਰਟ ਕਰ ਦਿੱਤੀਆਂ ਜਾਂਦੀਆਂ, ਜਾਂ ਫਿਰ ਇਹੋ ਜਿਹੇ ਇੰਤਜ਼ਾਮ ਇਹਨਾਂ ਨੇ ਕੀਤੇ ਹੁੰਦੇ ਕਿ ਉਹ ਡਿਸਮੈਂਟਲ ਕਰ ਦਿੱਤੀਆਂ ਜਾਂਦੀਆਂ, ਵੀ ਪੁਰਜਾ ਕਰ ਦਿੱਤਾ ਜਾਂਦਾ, ਜਾਂ ਫਿਰ ਕਈ ਵਾਰੀ ਉਹਦੇ ਵਿਨ ਨੰਬਰ ਤੁਸੀਂ ਜਿਸ ਤਰ੍ਹਾਂ ਦੱਸਿਆ ਵੀ ਉਹ ਚੇਂਜ ਕਰਕੇ ਰੀਸੇਲ ਵੀ ਕਰ ਦਿੱਤੀਆਂ ਜਾਂਦੀਆਂ। ਜਾਣੀ ਕਿ ਜਿਹੜਾ ਨਿਊ ਬਾਇਰ ਹੁੰਦਾ ਉਹਨੂੰ ਚਲੋ ਪਤਾ ਵੀ ਨਹੀਂ ਹੁੰਦਾ ਵੀ ਇਹ ਗੱਡੀ ਮੈਂ ਜਿਹੜੀ ਆ ਉਹ ਚੋਰੀ ਕੀਤੀ, ਉਹ ਬਾਈ ਕਰ ਰਹੇ ਆ। ਰਾਈਟ, ਉਸ ਲਿਹਾਜ਼ ਨਾਲ ਇਹ ਆ ਜੀ ਵੀ ਇਹ ਕਾਫੀ ਕੇਅਰਫੁਲ ਰਹਿਣ ਦੀ ਲੋੜ ਹੈ। ਆਲਰਾਈਟ, 905 813 1320। ਸੋ ਤੁਸੀਂ ਪਲੀਜ਼ ਅਗਰ ਤੁਸੀਂ ਕੈਮਰੇ ਨਹੀਂ ਲਗਵਾਏ ਆਪਣੇ ਘਰਾਂ ਤੇ, ਸੋ ਤੁਸੀਂ ਲਗਵਾਓ। ਸਾਡੇ ਸਪੈਸ਼ਲੀ ਗੁਆਂਢੀਆਂ ਨੇ ਸਾਨੂੰ ਦੱਸਿਆ ਕਿ ਰਾਤ ਦੇ 3:15 ਤੁਹਾਡੀ ਗੱਡੀ ਅਲਾਰਮ ਕਰ ਰਹੀ ਸੀ, ਤਾਂ ਸਾਨੂੰ ਪਤਾ ਲੱਗਾ ਕਿ ਹਾਂ ਵੀ ਕੁਛ ਨਾ ਕੁਛ ਹੋਇਆ ਇਸ ਗੱਡੀ ਦੇ ਨਾਲ। ਸੋ ਤੁਸੀਂ ਵੀ ਆਪਣੇ ਘਰ ਦੇ ਵਿੱਚ ਕੈਮਰਾ ਲਗਵਾਓ, ਸੇਫ ਰੱਖੋ ਆਪਣੀ ਗੱਡੀਆਂ ਨੂੰ। ਤੇ ਅਗਰ ਤੁਸੀਂ ਗਰਾਜ ਨਹੀਂ ਵਰਤ ਰਹੇ ਹੋ ਤਾਂ ਗਰਾਜ ਇਜ਼ ਮੈਂਟ ਫॉर ਕਾਰਸ, ਤੁਸੀਂ ਆਪਣੀ ਗੱਡੀਆਂ ਗਰਾਜਾਂ ਦੇ ਵਿੱਚ ਰੱਖੋ। 905 813 1320। ਆਓ ਫਿਰ ਗੱਲਾਂ ਬਾਤਾਂ ਕਰੀਏ ਕੁਛ ਇਲੈਕਸ਼ਨਸ ਦੀਆਂ। ਮਨ ਤਾਂ ਨਹੀਂ ਕਰਦਾ ਗੱਲ ਕਰਨ ਨੂੰ ਇਲੈਕਸ਼ਨਸ ਦੀਆਂ, ਪਰੰਤੂ ਗੱਲ ਤਾਂ ਕਰ ਲੈਂਦੇ, ਬਿਕਾਜ਼ ਐਜ਼ ਅ ਮੀਡੀਆ ਹੋਸਟ, ਐਜ਼ ਅ ਮੀਡੀਆ ਬ੍ਰੌਡਕਾਸਟ ਵੀ ਹੈਵ ਟੂ ਕਵਰ ਆਲ ਨਿਊਜ਼। ਕੈਨੇਡਾ ਦੀ ਇਲੈਕਸ਼ਨ 2021 ਰਿਜ਼ਲਟ ਰੀਕਾਊਂਟਿੰਗਸ ਹੋਈਆਂ ਨੇ ਤੇ ਕੁਛ ਇੱਕ ਬਦਲਾਵ ਹੋਇਆ ਜੀ, ਐਂਡ ਕਈ ਤਾਂ ਸਿਰਫ 12 ਵੋਟ ਦੀ ਮਾਰਜਨ ਤੋਂ ਹਾਰੇ। ਯੈਸ, ਅੱਛਾ, ਆਪਾਂ ਦੇਖ ਰਹੇ ਹਾਂ ਵੀ ਜਿਹੜਾ ਇਲੈਕਸ਼ਨ ਦਾ ਰਿਜ਼ਲਟ ਆ ਉਹ ਸਮਝਿਆ ਜਾਂਦਾ ਸੀਗਾ ਵੀ ਜਦੋਂ ਇਲੈਕਸ਼ਨ ਹੋਈ ਆ ਸਤੰਬਰ ਦੇ ਵਿੱਚ, ਵੀ ਉਦੋਂ ਆਮ ਤੌਰ 'ਤੇ ਤਾਂ ਕਨਫਰਮ ਹੋ ਜਾਂਦਾ, ਪਰ ਇਸ ਵਾਰ ਜਿਹੜੀਆਂ ਇਹ ਮੇਲ ਇਨ ਵੋਟਾਂ ਜਾਂ ਫਿਰ ਜਿਹੜੀਆਂ ਬਹੁਤ ਘੱਟ ਮਾਰਜਨ ਨਾਲ ਡਿਸਾਈਡ ਹੋਈਆਂ ਸੀਟਸ ਸੀਗੀਆਂ, ਉਹਨਾਂ ਦੇ ਵਿੱਚ ਜਾਣੀ ਰੀਕਾਊਂਟਿੰਗ ਵਗੈਰਾ ਫਿਰ ਚੱਲ ਰਹੀ ਆ। ਸੋ ਹਜੇ ਵੀ ਬਲਾਕ ਕਲਬੋ ਤੇ ਕਿਊਬੈਕ ਦੇ ਵਿੱਚ ਇਲੈਕਸ਼ਨ ਸਟੇਟਸ ਆ ਜਿਹੜਾ ਉਹ 2019 ਵਾਲਾ ਆਲਮੋਸਟ ਕਨਫਰਮ ਹੋ ਰਿਹਾ, ਕਿਉਂਕਿ ਇੱਕ ਸੀਟ ਜਿਹੜੀ ਆ ਉਹ ਡਿਸਾਈਡ ਹੋਈ ਆ ਸਿਰਫ 12 ਵੋਟਾਂ ਦੇ ਫਰਕ ਨਾਲ, ਹਨਾ। ਸੋ 12 ਵੋਟਾਂ ਦੇ ਫਰਕ, ਕਹਿਣ ਦਾ ਮਤਲਬ ਇਹ ਆ ਵੀ ਇਹ ਜੋ ਸਟੇਟਸ ਜਾਣੀ ਕਿ ਇਲੈਕਸ਼ਨ ਨਾਈਟ ਵਾਲੇ ਦਿਨ ਸੀਗਾ, ਉਸ ਦੇ ਵਿੱਚ ਥੋੜੀ ਜਿਹੀ ਸਲਾਈਟ ਮਾਈਨਰ ਜੀ ਚੇਂਜ ਜਿਹੜੀ ਆ ਉਹ ਆਈ ਆ। ਸੋ ਕੁੱਲ ਮਿਲਾ ਕੇ ਵੈਸੇ ਤਾਂ 2 ਸੀਟਾਂ ਦਾ ਜਿਹੜਾ ਹੇਰ ਫੇਰ ਹੋਇਆ ਨਾ, ਉਹ ਕਿਊਬੈਕ ਦੇ ਵਿੱਚੋਂ ਹੀ ਹੋਇਆ, ਤੇ ਕਿਊਬੈਕ ਦੇ ਵਿੱਚ ਹੁਣ ਸਟੇਟਸ ਜਿਹੜਾ ਉਹ 2019 ਵਾਲਾ ਹੀ ਬਣ ਗਿਆ ਵੀ ਜੇ ਉਦੋਂ 78 ਦੇ ਵਿੱਚੋਂ 32 ਸੀਟਾਂ ਮਿਲੀਆਂ ਸੀ ਬਲਾਕ ਕਿਊਬੈਕਵਾ ਨੂੰ, ਤੇ ਹੁਣ ਫੇਰ ਉਹਨਾਂ ਕੋਲ 32 ਆ ਗਈਆਂ।
ਇਦਾਂ ਹੀ ਆ ਜਿਵੇਂ ਲਿਬਰਲ ਪਾਰਟੀ ਨੂੰ ਜੇ ਉੱਥੇ ਮਿਲੀਆਂ ਸੀਗੀਆਂ 35 ਪਿਛਲੀ ਇਲੈਕਸ਼ਨ ਦੇ ਵਿੱਚ ਤੇ ਉਹ ਇਸ ਵਾਰ ਫਿਰ 35 ਉਹਨਾਂ ਦੇ ਕੋਲ ਰਹੀਆਂ ਹਨਾ। ਰਾਈਟ। ਜਿੱਦਾਂ ਹੀ ਜਾਣੀ ਕਿ ਕੰਜ਼ਰਵੇਟਿਵ ਪਾਰਟੀ ਦੇ ਕੋਲ 10 ਸੀਟਾਂ ਹੈਗੀਆਂ ਬਲਾਕ ਕੁਬੈਕ ਦੇ ਵਿੱਚ, ਕੁਬੈਕ ਜਾਣੀ ਕਿ ਸਾਡੀ ਜਿਹੜੀ ਪ੍ਰੋਵਿੰਸ ਹੈ। ਤੇ ਇਹ ਜਿਹੜਾ ਲਿਬਰਲ ਪਾਰਟੀ ਆ ਜੀ ਹੁਣ ਕੁੱਲ ਮਿਲਾ ਕੇ ਜਾਣੀ ਸਾਰੇ ਦੇਸ਼ ਦੇ ਵਿੱਚ 338 ਦੇ ਵਿੱਚੋਂ ਇਹ ਕਨਫਰਮ ਕੀਤਾ ਗਿਆ ਇਲੈਕਸ਼ਨਸ ਕੈਨੇਡਾ ਦੇ ਵੱਲੋਂ ਵੀ 2 ਸੀਟਾਂ ਦਾ ਇਹਨਾਂ ਦਾ ਵਾਧਾ ਹੋ ਗਿਆ ਇਲੈਕਸ਼ਨ ਨਾਈਟ ਦੇ ਨਾਲੋਂ। ਕੁੱਲ ਮਿਲਾ ਕੇ ਹੁਣ 160 ਸੀਟਾਂ ਜਿਹੜੀਆਂ ਇਹਨਾਂ ਦੇ ਕੋਲ ਜਾ ਚੁੱਕੀਆਂ ਨੇ, ਪਰ ਅਜੇ ਵੀ ਮੈਜੋਰਟੀ ਨਾਲੋਂ 10 ਜਿਹੜੀਆਂ ਉਹ ਘੱਟ ਨੇ। ਤੇ NDP ਜਿਹੜੀ ਆ ਜੀ 1 ਸੀਟ ਉਹਨਾਂ ਨੇ ਵਧਾਈ ਆ ਤੇ ਉਹਨਾਂ ਦਾ ਕੋਈ ਸਟੇਟਸ ਚੇਂਜ ਨਹੀਂ ਹੋਇਆ ਰੀਕਾਊਂਟਿੰਗ ਦੇ ਵਿੱਚ ਜਾਂ ਮੇਲ ਇਨ ਵੋਟਾਂ ਦੇ ਵਿੱਚ, ਤੇ 25 ਦੀਆਂ 25 ਆ ਉਹਨਾਂ ਦੇ ਕੋਲ। ਕੰਜ਼ਰਵੇਟਿਵ ਪਾਰਟੀ ਕੋਲ ਜਿਹੜੀਆਂ ਜੀ 119 ਸੀਟਾਂ ਹਨ ਤੇ ਗ੍ਰੀਨ ਪਾਰਟੀ ਦੇ ਕੋਲ 2 ਸੀਟਾਂ ਜਿਹੜੀਆਂ ਉਹ ਹੈਗੀਆਂ। ਲੇਕਿਨ ਕਿ ਥੋੜੀ ਜਿਹੀ ਚੇਂਜ ਹਜੇ ਵੀ ਐਕਸਪੈਕਟ ਕੀਤੀ ਜਾਂਦੀ ਹੈ ਕਿ ਐਟਲੀਸਟ ਇੱਕ ਰਾਈਡਿੰਗ ਦੇ ਵਿੱਚ ਜਿਹੜੀ ਆ ਨਾ ਕੁਬੈਕ ਦੇ ਵਿੱਚ ਉਹ ਰੀਕਾਊਂਟਿੰਗ ਜਾਰੀ ਆ। ਹੁਣ ਜਿਹੜੀ ਰੀਕਾਊਂਟਿੰਗ ਮਤਲਬ ਆਹ ਸੀਟ ਦੀ ਆਪਾਂ ਦੱਸ ਰਹੇ ਹਾਂ, ਕੱਲ ਹੀ ਡਿਸਾਈਡ ਹੋਈ ਆ ਜੱਜ ਦੀ ਜਾਣੀ ਨਿਗਰਾਨੀ ਦੇ ਵਿੱਚ ਦੁਬਾਰਾ ਵੋਟਾਂ ਗਿਣੀਆਂ ਗਈਆਂ। ਇਲੈਕਸ਼ਨ ਨਾਈਟ ਵਾਲੇ ਦਿਨ ਇਹ ਦੱਸਿਆ ਗਿਆ ਸੀਗਾ ਵੀ 292 ਵੋਟਾਂ ਦੇ ਨਾਲ ਬਲਾਕ ਕੁਬੈਕਵਾ ਦਾ ਕੈਂਡੀਡੇਟ ਜਿੱਤ ਗਿਆ, ਪਰ ਹੁਣ ਰੀਕਾਊਂਟਿੰਗ ਦੇ ਵਿੱਚ 292 ਇੱਕ ਪਾਸੇ ਰਹਿ ਗਈਆਂ, ਜਾਨੀ 12 ਵੋਟਾਂ ਦੇ ਨਾਲ ਵਿਰੋਧੀ ਉਮੀਦਵਾਰ ਜਿਹੜਾ ਉਹ ਜੇਤੂ ਐਲਾਨਿਆ ਗਿਆ। ਬੱਲੇ ਬੱਲੇ 12 ਵੋਟਾਂ ਦੇ ਨਾਲ। ਸੋ ਇਸੇ ਕਰਕੇ ਜਿੱਥੇ ਟਾਈਟ ਰੇਸ ਹੋਵੇ ਜਾਨੀ ਉੱਥੇ ਜਿਹੜੀ ਰੀਕਾਊਂਟਿੰਗ ਆ ਉਹ ਮੈਨੇ ਰੱਖਦੀ ਆ। ਸੋ ਕੁੱਲ ਮਿਲਾ ਕੇ ਇਹ ਅੱਜ ਵੀ ਥੋੜੀ ਬਹੁਤੀ ਚੇਂਜ ਜਿਹੜੀ ਐਕਸਪੈਕਟ ਆ, ਪਰ ਕੱਲ ਦੱਸ ਰਹੇ ਸੀ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਕਿ ਭਈ ਜਿਹੜੀ ਉਹ ਆਪਣੀ ਕੈਬਨਿਟ ਆ ਉਹਨੂੰ ਸ਼ੇਪ ਦੇ ਰਹੇ ਨੇ ਤੇ ਲੇਕਿਨ ਕਿ ਵੀ ਜਿਹੜਾ ਇਸ ਮਹੀਨੇ ਦੇ ਐਂਡ ਤੱਕ ਜਾਨੀ ਆ ਉਹ ਫਾਈਨਲ ਹੋ ਜਾਏਗੀ ਗਵਰਨਮੈਂਟ। ਤੇ ਫਿਰ ਨਵੀਂ ਜਿਹੜੀ ਪਾਰਲੀਮੈਂਟ ਆ ਉਹਦੀ ਡੇਟ ਵੀ ਅਨਾਊਂਸ ਹੋਣੀ ਆ, ਕਦੋਂ ਉਹ ਰੀਕਨਵੀਨ ਕੀਤੀ ਜਾਊਗੀ ਤੇ ਇਸ ਦੇ ਲਿਹਾਜ਼ ਨਾਲ ਵੀ ਇਹਦੇ ਵਿੱਚ ਮੰਤਰੀ ਕਿਹੜੇ ਕਿਹੜੇ ਹੋਣਗੇ ਇਹਦੇ ਬਾਰੇ ਜਾਣੀ ਕਿ ਹਜੇ ਜੇ ਕਿਸੇ ਨੂੰ ਅਫੀਸ਼ੀਅਲ ਵੀ ਪੁੱਛੇ ਤੇ ਗੋਲ-ਮੋਲ ਗੱਲਾਂ ਜਿਹੜੀਆਂ ਉਹ ਜਾਰੀ ਨੇ, ਕਿਉਂਕਿ ਕਿਸੇ ਵੀ ਤਰ੍ਹਾਂ ਦਾ ਸੰਕੇਤ ਐਟਲੀਸਟ ਅਗਲੇ 10 ਦਿਨ ਜਿਹੜਾ ਉਹ ਨਹੀਂ ਦੇਣਾ ਚਾਹੁੰਦੇ। ਪਰ ਲੈਟਸ ਸੀ, ਪਰ ਇਹ ਅੱਜ ਵੀ ਸਰਗਰਮੀ ਕਾਫੀ ਆ ਹੁਣ ਓਟਵਾ ਦੇ ਵਿੱਚ। ਜੋਰਜ ਸਾਹਿਬ ਆਓ ਫਿਰ ਗੱਲਬਾਤ ਕਰੀਏ ਸਾਡੇ ਖੇਤੇ ਦੀ, ਮੀਨਿੰਗ ਮੀਡੀਆ ਇੰਡਸਟਰੀ ਦੀ। ਮੀਡੀਆ ਦੇ ਵਿੱਚ ਕੰਮ ਇਹ ਹੁੰਦਾ ਹੈ ਕਿ ਲੋਕਾਂ ਨੂੰ ਜਾਗਰੂਕ ਕਰਨਾ, ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਲੋਕਾਂ ਦੇ ਨਾਲ ਜੋ ਅਪ ਟੂ ਡੇਟ ਨਿਊਜ਼ ਹੈ ਸਾਂਝੀ ਕਰਨਾ। ਹਾਲ ਹੀ ਦੇ ਵਿੱਚ ਇੱਕ ਕਪਲ ਨੂੰ ਜੀ ਵੀਜ਼ਾ ਡਿਨਾਈ ਕੀਤਾ ਗਿਆ, ਬੋਰਡਿੰਗ ਡਿਨਾਈ ਕੀਤੀ ਗਈ ਐਕਚੁਅਲੀ ਫਰਮ ਦ ਟੋਰਾਂਟੋ 에ਅਰਪੋਰਟ। ਤੇ ਡਿਸਪਾਈਟ ਜਿਹੜੇ ਵੀ ਰਿਪੋਰਟਸ ਨੇ ਜੋ ਮੀਡੀਆ ਜੋ ਤੁਸੀਂ ਬੋਲਦੇ ਹੋ ਬਾਰ-ਬਾਰ ਕਿ ਆਹ ਗਲਤ ਆ, ਆਹ ਸਹੀ ਆ, ਇੱਦਾਂ ਆ 16 ਮਹੀਨੇ ਤੋਂ ਸਾਨੂੰ ਆਹ ਗੱਲ ਕਹਿੰਦੇ ਹੁਣ ਹੋ ਗਏ ਕਿ ਇੰਡੀਆ ਦੇ ਵਿੱਚ ਆਹ ਪ੍ਰੋਟੋਕੋਲਸ ਨੇ, ਕੈਨੇਡਾ ਦੇ ਵਿੱਚ ਆਹ ਪ੍ਰੋਟੋਕੋਲਸ ਨੇ, ਪਰ ਜਦੋਂ ਜਨਤਾ ਨਹੀਂ ਸੁਣਦੀ ਨਾ ਉਦੋਂ ਦੁੱਖ ਲੱਗਦਾ, ਫਿਰ ਸਾਡੇ ਮੀਡੀਆ ਤੇ ਬਲੇਮ ਕਰਦੀ ਹੈ। ਅੱਛਾ, ਇਸ ਤਰ੍ਹਾਂ ਇਹ ਤੁਸੀਂ ਬਾਖੂਬੀ ਵੈਸੇ ਦੱਸਿਆ, ਕਿਉਂਕਿ ਭਈ ਅਸੀਂ ਆਪਣਾ ਜਾਣੀ ਖੂਨ ਪਸੀਨਾ ਲਾਉਨੇ ਆ ਵੀ ਕਮਿਊਨਿਟੀ ਐਜੂਕੇਟ ਹੋ ਜਾਵੇ ਜੀ। ਸਾਡਾ ਪਰਪਸ ਆ ਵੀ ਜਿਹੜਾ ਵੀ ਮੈਨੂੰ ਦੱਸਿਆ ਨਹੀਂ, ਮੈਨੂੰ ਪਤਾ ਨਹੀਂ, ਇਹੋ ਜਿਹੇ ਤਕੀਆ ਕਲਾਮਾਂ ਦੇ ਨਾਲ ਬਹਾਨੇ ਬਾਅਦ ਦੇ ਵਿੱਚ ਬਣਾਣੇ ਵੀ ਆਪਣਾ ਨੁਕਸਾਨ ਕਰਕੇ ਵੀ ਉਹ ਨੁਕਸਾਨ ਭੈਣ ਭਰਾਵਾਂ ਦਾ ਹੋਵੇ ਨਾ ਜੀ। ਸਾਡਾ ਪਰਪਸ ਆਪਣਾ ਖੂਨ ਲਾਉਣ ਦਾ ਇਹ ਆ, ਪਰ ਅਕਸਰ ਜਾਣੀ ਸਾਨੂੰ ਇਹ ਪਤਾ ਲੱਗਦਾ ਰਹਿੰਦਾ ਵੀ ਉਹ ਅਜਾਈ ਜਾ ਰਿਹਾ ਸਾਡਾ ਖੂਨ ਪਸੀਨਾ ਉਦੋਂ ਜਦੋਂ ਕਿ ਭੈਣ ਭਰਾ ਨਾਲ ਤੇ ਕਹਿਣ ਕਿ ਅਸੀਂ ਬਹੁਤ ਸੁਣਦੇ ਜੀ, ਅਸੀਂ ਤਾਂ ਤੁਹਾਡੇ ਕੋਲ ਪ੍ਰੋਗਰਾਮ ਛੱਡਦੇ ਹੀ ਨਹੀਂ ਜੀ, ਅਸੀਂ ਰੇਡੀਓ ਪ੍ਰੋਗਰਾਮ ਸਾਰੇ ਸੁਣਦੇ ਹਾਂ ਜੀ। ਮੈਂ ਜਦੋਂ ਪੁੱਛਦਾ ਵੀ ਤੁਸੀਂ ਸੁਣਿਆ ਫਿਰ ਕੀ ਆ, ਦੱਸੀ ਹੋਈ ਗੱਲ ਰਿਪੀਟਡਲੀ ਦੇ ਬਾਵਜੂਦ ਜੇ ਤੁਹਾਡਾ ਨੁਕਸਾਨ ਡੈਮੇਜ ਭੈਣ ਭਰਾ ਹੋ ਗਿਆ ਤੇ ਮੈਂ ਪੁੱਛਦਾ ਤੁਸੀਂ ਸੁਣਦੇ ਕੀ ਆ, ਨਾਲ ਤੁਸੀਂ ਕਹਿ ਰਹੇ ਵੀ ਅਸੀਂ ਸੁਣਦੇ ਆ। ਸੋ ਕਹਿਣ ਦਾ ਮਤਲਬ ਇਹ ਆ, ਸੁਣ ਕੇ ਗੱਲ ਨੂੰ ਅਣਸੁਣੀ ਕਰਨ ਦਾ ਜੇ ਨਾ ਸੁਣਨਾ ਰੱਖਿਆ ਤੇ ਇਹ ਗੱਲ ਨਹੀਂ ਜੇ ਚੱਲਣੀ। ਇੱਕ ਵਾਰ ਫੇਰ, ਸੁਣ ਕੇ ਗੱਲ ਨੂੰ ਜੇ ਅਣਸੁਣੀ ਕਰਨ ਦਾ ਨਾ ਸੁਣਨਾ ਰੱਖਿਆ ਤੇ ਇਹ ਗੱਲ ਨਹੀਂ ਜੇ ਚੱਲਣੀ। ਸਦੀਆਂ ਤੋਂ ਏਦਾਂ ਹੀ ਆ ਮਨੁੱਖ ਨਾਲ। ਸੋ ਇਸ ਕਰਕੇ ਸੁਣਨ ਦਾ ਮਤਲਬ ਆ ਵੀ ਤੁਹਾਨੂੰ ਕੋਈ ਦੱਸੀ ਹੋਈ ਗੱਲ ਉਹਨੂੰ ਅਪਣਾ ਕਰਕੇ ਤੁਸੀਂ ਆਪਣੀ ਜ਼ਿੰਦਗੀ ਨੂੰ, ਆਪਣੀ ਲਾਈਫ ਨੂੰ, ਆਪਣੀਆਂ ਹਟਾਇਆ, ਤੁਹਾਡਾ ਨੁਕਸਾਨ ਟਲਿਆ, ਤੁਹਾਨੂੰ ਲਾਭ ਹੋਇਆ। ਇਹ ਥੋੜੋ ਆ ਭਈ ਹਰ ਲੁੱਟ ਠੱਗੀ ਫਰਾਡ ਦੇ ਲਈ ਅਸੀਂ ਕਿੰਨਾ ਆਪਣਾ ਖੂਨ ਪਸੀਨਾ ਲਾ ਕੇ ਰੇਡੀਓ, ਟੈਲੀਵਿਜ਼ਨ, ਸੋਸ਼ਲ ਮੀਡੀਆ, ਜਦੋਂ ਫਿਰ ਭੈਣ ਭਰਾ ਬਾਅਦ ਦੇ ਵਿੱਚ ਰੋ ਕੇ ਫੋਨ ਕਰਨਗੇ ਨਾ, ਮੈਨੂੰ ਫਿਰ ਥੋੜਾ ਜਿਹਾ ਮਨ 'ਚ ਤੈਸ਼ ਵੀ ਆਉਂਦਾ ਵੀ ਅਸੀਂ ਕੀ ਕਰ ਰਹੇ ਹਾਂ ਤੇ ਤੁਸੀਂ ਕੀ ਕਰ ਰਹੇ। ਸੁਣ ਕੇ ਵੀ ਅਣਸੁਣਿਆ ਕੀਤਾ, ਨਾਲ ਤੁਸੀਂ ਕਹਿ ਰਹੇ ਹੋ ਵੀ ਸੁਣ ਰਹੇ ਆ। ਜਦੋਂ ਮੈਂ ਅਰਸ਼ ਸਵਾਲ ਕਰਦਾ ਭੈਣ ਭਰਾਵਾਂ ਨੂੰ ਨਿਰਾਸ਼ ਹੋਇਆਂ ਨੂੰ ਨੁਕਸਾਨ ਕਰਕੇ, ਜਿਹੜੇ ਫਿਰ ਬਾਅਦ 'ਚ ਉਹਨਾਂ ਨੂੰ ਮੀਡੀਆ ਦਾ ਤੇ ਪੁਲਿਸਾਂ ਦਾ ਚੇਤਾ ਆਉਂਦਾ, ਮੈਂ ਕਹਿੰਦਾ ਵੀ ਪੁਲਿਸਾਂ ਮੀਡੀਆ ਅਸੀਂ ਪਹਿਲਾਂ ਵੀ ਇੱਥੇ ਹੀ ਸੀ, ਉਦੋਂ ਨਾ ਤੁਹਾਨੂੰ ਸਾਡਾ ਖਿਆਲ ਆਇਆ।
ਤੁਸੀਂ ਇੰਡੀਆ ਦੀ ਟਿਕਟ ਬੁੱਕ ਕਰਾ ਰਹੇ ਹੋ ਹਾਂਜੀ, ਰੋਜ਼ ਅਸੀਂ ਦੱਸ ਰਹੇ ਹਾਂ ਵੀ ਟੂਰਿਸਟ ਵੀਜ਼ਾ ਕੈਂਸਲ ਆ, 16 ਮਹੀਨਿਆਂ ਤੋਂ ਦੱਸ ਰਹੇ ਹਾਂ। ਐਵਰੀ ਮੰਥ ਜਾਣ ਬੁੱਝ ਕੇ ਅਸੀਂ ਇੱਕ ਬਹਾਨਾ ਬਣਾ ਕੇ ਜਾਣੀ ਫੇਰ ਦੱਸਦੇ ਹਾਂ ਨਵੇਂ ਸਿਰਿਓਂ ਵੀ ਰੋਜ਼ ਕਿਹੜਾ ਸਾਰੇ ਸਰੋਤੇ ਭੈਣ ਭਰਾ ਜੋੜਦੇ ਆ। ਪਰ ਅਸੀਂ ਜਦੋਂ ਉੱਠਣਾ, ਉੱਠ ਕੇ ਕਹਿ ਦੇਣਾ ਮੀਡੀਆ ਨੇ ਤੇ ਜੀ ਸਬਜ਼ੀਆਂ ਹੀ ਵੇਚੀਆਂ, ਕੀਤਾ ਹੀ ਕੁਛ ਨਹੀਂ। ਮੈਨੂੰ ਥੋੜਾ ਥੋੜਾ ਆਪਣੀ ਜ਼ਿੰਦਗੀ ਦੇ ਤਜਰਬੇ ਚੋਂ ਹੁਣ ਇਹ ਕਨਕਲੂਡ ਕਰ ਰਿਹਾ ਮੈਂ ਵੀ ਨੁਕਸ ਮੀਡੀਆ 'ਚ ਵੀ ਹੋਣਗੇ, ਸਰਕਾਰਾਂ ਪੋਲੀਟੀਸ਼ੀਅਨਸ ਵਿੱਚ ਵੀ ਹੋਣਗੇ, ਪ੍ਰਧਾਨ ਮੰਤਰੀਆਂ 'ਚ ਵੀ ਹੋਣਗੇ, ਸਾਰਿਆਂ 'ਚ ਹੋਣਗੇ। ਆਮ ਮਨੁੱਖੀਆਂ ਆਪਾਂ ਸਾਰੇ ਦੇਵਤਾ ਤੇ ਇੱਥੇ ਕੋਈ ਨਹੀਂ ਜੀ। ਪਰ ਭੈਣ ਭਰਾਓ ਥੋੜਾ ਬਹੁਤਾ ਤੇ ਹਨੇਰਾ ਕਿਤੇ ਆਪਣੇ ਅੰਦਰ ਵੀ ਫਿਰ ਹੈਗਾ ਨਾ, ਜਦੋਂ ਇਹੋ ਜਿਹੀਆਂ ਗੱਲਾਂ ਤੇ ਸਾਨੂੰ ਬੋਲਣਾ ਪੈਂਦਾ ਵੀ ਸਾਡੇ ਕਹਿੰਦਿਆਂ ਉਹ ਬਾਂਹ ਫੜਦਿਆਂ ਤੁਸੀਂ ਤਿਲਕ ਗਏ, ਡੁੱਬ ਗਏ, ਤੇ ਫਿਰ ਕਿਹਦਾ ਸੀ ਕਸੂਰ? ਕਿਸੇ ਦਾ ਕਸੂਰ ਨਹੀਂ ਆਪਾਂ ਕੱਢ ਰਹੇ, ਪਰ ਥੋੜਾ ਜਿਹਾ ਰੋਸ ਜ਼ਾਹਰ ਕਰ ਰਹੇ ਹਾਂ ਵੀ ਸੁਣ ਕੇ ਅਣਸੁਣਿਆ ਕਰਨ ਦਾ ਨਾਂ ਜੇ ਸੁਣਨਾ ਰੱਖਿਆ ਤੇ ਇਹ ਗੱਲ ਚੱਲਣੀ ਨਹੀਂ। ਕੱਲ ਵੀ ਸਾਡੇ ਸਤਿਕਾਰਯੋਗ ਬਜ਼ੁਰਗ ਉਹਨਾਂ ਦਾ ਫੋਨ ਆਇਆ ਕਿ ਸਾਨੂੰ ਟੋਰਾਂਟੋ ਏਅਰਪੋਰਟ ਤੋਂ ਮੋੜਤਾ ਜੀ। ਸਾਡੇ ਪਾਸਪੋਰਟ ਦੇ ਵਿੱਚ 10 ਸਾਲ ਦਾ ਵੀਜ਼ਾ ਲੱਗਾ ਹੋਇਆ ਸੀ, ਅਸੀਂ ਟਿਕਟ ਬਣਾ ਕੇ ਚਲ ਗਏ ਤੁਸੀਂ ਜਾ ਸਕਦੇ ਹਾਂ। ਹੁਣ 7 ਸਤੰਬਰ ਤੋਂ ਪਹਿਲਾਂ ਰਿਪੀਟਡਲੀ ਆਪਾਂ ਪ੍ਰੋਗਰਾਮਾਂ 'ਚ ਅਰਸ਼ ਦੱਸਦੇ ਰਹੇ ਵੀ ਸਿਰਫ ਭਾਰਤ ਤੇ ਕੈਨੇਡਾ ਦੇ ਵਿਚਕਾਰ ਸਿੱਧੀਆਂ ਫਲਾਈਟਾਂ ਰਿਜ਼ਿਊਮ ਹੋਈਆਂ, ਸਿੱਧੀਆਂ ਫਲਾਈਟਾਂ ਚੱਲੀਆਂ। ਵੀਜ਼ਾ ਜਿਹੜੇ ਸਸਪੈਂਡ ਕੀਤੇ ਸੀ ਮਾਰਚ 2020 ਦੇ ਵਿੱਚ ਉਹ ਰੀਇਨਸਟੇਟ ਰੀਵੈਲੀਡੇਟ ਨਹੀਂ ਕੀਤੇ ਗਏ, ਦੱਸਿਆ ਸੀ ਵਰਡ ਬਾਈ ਵਰਡ। ਫੇਰ ਕਿਤੇ ਕਨਫਿਊਜ਼ ਹੋਇਆ ਜਾ ਰਿਹਾ ਵੀ ਫਲਾਈਟਾਂ ਚੱਲ ਗਈਆਂ, ਸਭ ਕੁਝ ਠੀਕ ਠਾਕ ਹੋ ਗਿਆ ਜੀ, ਚਲੋ ਚੱਲੀਏ ਝੋਲੇ ਬੰਨੀਏ। ਉਧਰੋਂ ਆਉਣ ਨੂੰ ਲੋਕ ਤੜਫ ਰਹੇ ਆ ਤੇ ਇਧਰੋਂ ਜਿਹਨਾਂ ਦੀ ਨਿਸ਼ਾ ਹੋਈ ਆ ਉਧਰ ਨੂੰ ਜਾਣ ਨੂੰ ਕਾਹਲੇ ਆ। ਮਤਲਬ ਕੋਵਿਡ ਦਾ ਤਾਂ ਕਿਸੇ ਨੂੰ ਯਾਦ ਵੀ ਨਹੀਂ ਨਾ, ਤੇ ਜੋ ਖੂਨ ਖਰਾਬੇ ਉੱਥੇ ਚੱਲ ਰਹੇ ਆ ਉਹ ਵੀ ਕਿਸੇ ਨੂੰ ਯਾਦ ਨਹੀਂ, ਉਹ ਵੀ ਛੱਡ ਦਈਏ ਗੱਲ। ਪਰ ਉਦੋਂ ਜਦੋਂ ਕਿ ਤੁਹਾਡੇ ਪਾਸਪੋਰਟ ਵਿੱਚ ਪੁਰਾਣਾ ਵੀਜ਼ਾ ਲੱਗਾ ਕੋਵਿਡ ਤੋਂ ਪਹਿਲਾਂ ਦਾ, ਭਾਵੇਂ ਉਹ ਵੈਲਿਡ ਦਿਸਦਾ, ਪਰ ਅਸੀਂ ਹਰ ਮਹੀਨੇ ਦੱਸ ਰਹੇ ਵੀ ਭੈਣ ਭਰਾ ਉਹ ਵੈਲਿਡ ਨਹੀਂ ਹੈਗਾ ਜੀ, ਨਹੀਂ ਹੈਗਾ। ਹਜੇ ਅੱਜ ਕਿੰਨੀ ਅਕਤੂਬਰ ਆ 7, ਠੀਕ ਆ, 4 ਦਿਨ ਪਹਿਲਾਂ ਦੇ ਹਜ਼ਾਰਾਂ ਭੈਣ ਭਰਾ ਜੇ ਆਪਣਾ ਫੋਨ ਖੋਲ ਕੇ ਦੇਖ ਲੈਣ ਨਾ, ਅਸੀਂ ਫੇਰ ਮੈਸੇਜ ਭੇਜਿਆ ਸੀ ਵੀ ਅਜੇ ਵੀਜ਼ਾ ਵੈਲਿਡ ਨਹੀਂ ਹੋਇਆ। ਉਹ ਤੋਂ 2 ਦਿਨ ਬਾਅਦ ਫਿਰ ਸਾਡੇ ਜਿਹੜੇ ਬਜ਼ੁਰਗ ਪਰਿਵਾਰ ਜੇ ਏਅਰਪੋਰਟ ਤੋਂ ਮੁੜਿਆ ਵੀ ਉਹਨਾਂ ਨੂੰ ਜਹਾਜ਼ 'ਚ ਨਾ ਬਹਿਣ ਦਿੱਤਾ ਜਾਵੇ ਵੀ ਤੁਹਾਡੇ ਕੋਲ ਵੀਜ਼ਾ ਹੈ ਨਹੀਂ ਜੀ। ਤੇ ਕਿੰਨੀ ਅਫਸੋਸ ਦੀ ਗੱਲ ਆ ਵੀ ਸਾਡੇ ਵਿੱਚ ਕੋਈ ਕਮੀ ਆ, ਉਹ ਭਾਸ਼ਾ ਪੰਜਾਬੀ ਵਿੱਚ ਕੋਈ ਕਮੀ ਆ। ਕਿੰਨੀ ਵਾਰੀ ਹੁੰਦਾ, ਕਿੰਨੀਆਂ ਆਪਾਂ ਖਬਰਾਂ ਕਰਦੇ ਹਾਂ, ਨਾਲੇ ਹੀ ਭੈਣ ਭਰਾਵਾਂ ਦੇ 2 ਦਿਨ ਫੋਨ ਆਉਂਦੇ ਰਹਿਣਗੇ ਵੀ ਆਹ ਗੱਲ ਇੱਦਾਂ ਦੱਸੀ ਸੀ, ਉਹ ਕਿੱਦਾਂ ਸੀ ਜੀ। ਮੈਂ ਕਿਹਾ ਜੀ ਪੰਜਾਬੀ 'ਚ ਦੱਸੀ ਸੀ, ਸਿੰਪਲ ਪੰਜਾਬੀ 'ਚ ਦੱਸੀ ਸੀ, ਨਹੀਂ ਪਤਾ ਨਹੀਂ ਲੱਗਾ ਫੇਰ ਦੱਸਿਓ ਜੀ, ਠੀਕ ਆ, ਬਹੁਤ ਖਬਰ ਹੈਗਾ ਸਾਡੇ 'ਚ, ਅਸੀਂ ਫੇਰ ਦੱਸ ਦਿੰਦੇ ਹਾਂ। ਇੰਨਾ ਹੀ ਕਹਿਣ ਦਾ ਮਤਲਬ ਆ ਵੀ ਸੁਣ ਕੇ ਅਣਸੁਣਿਆ ਕਰਨ ਦਾ ਨਾਂ ਸੁਣਨਾ ਨਹੀਂ ਚੱਲਣਾ। ਆਪਾਂ ਨੂੰ ਸੁਣ ਕੇ ਹਨਾ, ਉਹਨੂੰ ਥੋੜਾ ਜਿਹਾ ਵਿਚਾਰ ਕੇ ਫੇਰ ਜ਼ਿੰਦਗੀ 'ਚ ਮਤਲਬ ਜੋ ਕੁਛ ਅਸੀਂ ਕਰ ਰਹੇ ਹਾਂ, ਇਹ ਨਹੀਂ ਸਾਡਾ ਕੋਈ ਦਾਅਵਾ ਅਸੀਂ ਬਹੁਤ ਕੁਝ ਵਧੀਆ ਕਰ ਰਹੇ ਹਾਂ, ਪਰ ਕਿਤੇ ਨਾ ਕਿਤੇ ਸਾਨੂੰ ਲੱਗਦਾ ਕਿ ਇਹ ਚੀਜ਼ਾਂ ਜਿਹੜੇ ਭੈਣ ਭਰਾ ਅਸੀਂ ਦੱਸਦੇ ਹਾਂ ਅਪਣਾ ਰਹੇ ਆ ਨਾ, ਮਤਲਬ ਥੋੜਾ ਬਹੁਤ ਇਹਦਾ ਨੁਕਸਾਨ ਹੋਇਆ, ਗੱਲ ਤੇ ਉਹ ਕਰ ਰਹੇ ਵੀ ਉਹ ਵੀ ਨਾ ਹੋਵੇ, ਪਰ ਹਜ਼ਾਰਾਂ ਦੇ ਲਾਭ ਹੋ ਰਹੇ ਸਾਨੂੰ ਪਤਾ ਆ ਇਸ ਗੱਲ ਦਾ। ਸੋ ਇਸ ਕਰਕੇ ਤੁਸੀਂ ਵੀ ਇੱਕਾ ਦੁੱਕਾ ਦੇ ਜਿਹਨਾਂ ਦੇ ਨੁਕਸਾਨ ਹੋ ਰਹੇ ਆ ਸੁਣ ਕੇ ਅਣਸੁਣਿਆ ਕਰਨ ਦੇ ਕਰਕੇ ਉਹਨਾਂ ਨੂੰ ਵੀ ਥੋੜਾ ਜਿਹਾ ਵਿਚਾਰ ਲੈਣਾ ਚਾਹੀਦਾ। ਤੁਹਾਡੇ ਨੁਕਸਾਨ ਹੋ ਰਹੇ ਨੇ, ਸਾਡਾ ਤੇ ਕੁਝ ਨਹੀਂ ਜਾ ਰਿਹਾ ਜੀ। ਆ ਹੁਣ ਅਸੀਂ ਸਮਾਂ ਇੰਨਾ ਮਹਿੰਗਾ ਲਾ ਰਹੇ ਹਾਂ, ਆਪਣਾ ਖੂਨ ਲਾ ਕੇ ਬੋਲ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸੁਣ ਕੇ ਅਣਸੁਣਿਆ ਨਾ ਕਰੋ, ਤੇ ਜੇ ਕੱਲ ਨੂੰ ਸੁਣ ਕੇ ਅਣਸੁਣਿਆ ਕਰਕੇ ਨੁਕਸਾਨ ਹੋ ਜੇ ਸਾਨੂੰ ਉਹਨਾਂ ਦੀ ਫਰਕ ਪੈਂਦਾ, ਪਰ ਅਸੀਂ ਚਾਹੁੰਦੇ ਹਾਂ ਕਿ ਤੁਹਾਡਾ ਨੁਕਸਾਨ ਨਾ ਹੋਵੇ, ਇਸ ਕਰਕੇ ਸੁਣ ਕੇ ਅਣਸੁਣਿਆ ਭੈਣ ਭਰਾ ਤੁਸੀਂ ਕਰੋਗੇ ਨਹੀਂ, ਮੇਰੀ ਬੇਨਤੀ ਆ। ਸਾਡੇ ਨਾਲ ਕਾਲਰ ਨੇ ਜੌਲ ਸਾਹਿਬ 905 813 1320 905 813 1320 ਲੈਂਦੇ ਪਹਿਲੀ ਕਾਲ ਆਉਂਦੀ ਹੈ ਤੇ ਕਾਲਰ ਨੂੰ ਬੇਨਤੀ ਹੈ ਕਿ ਰਿਸਪੈਕਟਫੁਲ ਅਤੇ ਸਵਾਲ ਛੋਟਾ ਹੋਵੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ, ਪੁੱਛਣਾ ਸੀਗਾ ਜੌਲ ਸਾਹਿਬ ਨੂੰ ਵੀ OC ਵਾਲਿਆਂ ਤੇ ਵੀ OCI ਜਿਹਨੇ ਲਿਆ ਉਹਦੇ ਤੇ ਵੀ ਲਾਗੂ ਹੈ ਇਹ? ਠੀਕ ਹੈ ਜੀ, ਤੁਸੀਂ ਪ੍ਰੋਗਰਾਮ ਕਦੀ ਕਦੀ ਛੱਡ ਜਾਂਦੇ, ਮੈਨੂੰ ਲੱਗਦਾ ਸੁਣਦੇ ਤੁਸੀਂ ਵੀ ਨਹੀਂ ਲਗਾਤਾਰ। ਅਸੀਂ ਕੋਵਿਡ ਤੋਂ ਬਾਅਦ ਜਦੋਂ OCI ਰੀਇਨਸਟੇਟ ਹੋ ਗਿਆ ਸੀ ਜੀ, ਉਹ ਵੀ ਖਬਰ ਸਾਂਝੀ ਕੀਤੀ ਸੀ ਬਾਰ-ਬਾਰ, ਇੱਕ ਵਾਰੀ ਨਹੀਂ ਬਾਰ-ਬਾਰ। ਕਹਿਣਾ ਸੌਖਾ ਵੀ ਮੀਡੀਆ ਕਰਦਾ ਨਹੀਂ, ਪਰ ਮੈਂ ਕਹਿੰਦਾ ਵੀ ਭੈਣ ਭਰਾ ਤੁਸੀਂ ਸੁਣਦੇ ਹੋ, ਉਹ ਕਿ ਤੁਸੀਂ ਸੁਣ ਕੇ ਵੀ ਅਣਸੁਣਿਆ ਕਰਦੇ ਹੋ, ਕਿ ਜਾਂ ਤੁਸੀਂ ਆਪਣੇ ਕੰਮਾਂ 'ਚ ਇੰਨੇ ਬਿਜ਼ੀ ਹੋ ਕਿ ਜਦੋਂ ਮਹੀਨੇ ਬਾਅਦ ਰੇਡੀਓ ਔਨ ਕੀਤਾ ਵੀ ਉਦੋਂ ਉਹ ਗੱਲ ਚੱਲਦੀ ਹੋਵੇ ਜਿਹੜੀ ਤੁਸੀਂ ਸੁਣਨੀ ਹੈ। ਸੋ ਇਸ ਕਰਕੇ ਇਹ ਦੋਨੇ ਹੱਥਾਂ ਨਾਲ ਤਾੜੀ ਵੱਜੇਗੀ ਨਾ।
ਮੀਡੀਆ ਬਹੁਤ ਕੁਝ ਕਰੇਗਾ ਵੀ, ਪਰ ਜੇ ਆਡੀਅנס ਐਪਰੋਪ੍ਰੀਏਟਲੀ ਕਨਸੈਂਟਰੇਟਡ ਨਹੀਂ ਹੈਗੀ ਤੇ ਨੁਕਸਾਨ ਹੋਣਗੇ, ਹੋਈ ਜਾਣਗੇ, ਮੀਡੀਆ ਜੋ ਮਰਜ਼ੀ ਕਰੀ ਜਾਏ। ਸੋ ਇਸ ਕਰਕੇ ਕਹਿਣ ਦਾ ਮਤਲਬ ਹੈ ਵੀ OCI ਰੀਇਨਸਟੇਟ ਹੋ ਗਈ ਸੀ ਪਿਛਲੇ ਸਾਲ ਹੀ। ਜੇ ਭਾਰਤ ਕੋਈ ਜਾ ਸਕਦਾ ਬਿਨਾਂ ਰੋਕ ਤੋਂ ਕੋਵਿਡ ਦੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਪੂਰੀਆਂ ਕਰਕੇ, ਉਹ ਸਿਰਫ ਤੇ ਸਿਰਫ ਇੰਡੀਅਨ ਸਿਟੀਜ਼ਨ ਤੇ OCI ਆ ਜੀ ਜੀ ਜੀ। ਜਾਂ ਫਿਰ ਬਾਕੀ ਦੇ ਲੋਕ ਜਿਨ੍ਹਾਂ ਦੇ ਪਾਸਪੋਰਟ 'ਚ ਵੈਲਿਡ ਵੀਜ਼ਾ ਤਾਂ ਲੱਗਾ ਹੋਇਆ, ਪਰ ਉਹ ਨਵਾਂ ਵੀਜ਼ਾ ਇੱਕ ਵਾਰ ਫਿਰ ਐਮਬੈਸੀ ਤੋਂ ਲੈ ਕੇ ਜਾਂਦੇ, ਕੌਂਸਲੇਟ ਤੋਂ। ਕੱਲ ਮੈਨੂੰ ਇੱਕ ਭੈਣ ਭਰਾ ਨੇ ਕਿਹਾ ਕਿ ਜੀ ਜੇ ਇਹਨਾਂ ਨੇ ਨਵਾਂ ਹੀ ਵੀਜ਼ਾ ਦੇਣਾ ਤੇ ਜਾਣੀ ਇਹ ਪੈਸੇ ਇਕੱਠੇ ਕਰ ਰਹੇ ਆ, ਫੀਸਾਂ ਲੈ ਰਹੇ ਆ, ਤਾਂ ਇਹਦਾ ਫਾਇਦਾ ਕੀ ਜੇ ਵੀਜ਼ਾ ਪਾਸਪੋਰਟ 'ਚ ਹੀ ਵੈਲਿਡ ਲੱਗਾ ਜੀ, ਤੇ ਨਵਾਂ ਲੈਣ ਦੀ ਕੀ ਲੋੜ, ਉੱਤੇ ਹੀ ਜਾਣ ਦਿਓ। ਉਹਦੇ ਵਿੱਚ ਟੈਕਨੀਕਲਿਟੀ ਇਹ ਸਮਝਣ ਵਾਲੀ ਆ ਵੀ ਉਹ ਨੌਨ ਅਸੈਂਸ਼ੀਅਲ ਫੇਰੇ ਤੋਰੇ ਰੋਕਣਾ ਚਾਹੁੰਦੇ ਨੇ। ਗਵਰਨਮੈਂਟ ਨੇ ਜਿਹੜੀ ਰੋਕ ਲਾਈ ਹੈ ਨਾ ਵੀ ਅਸੀਂ ਐਵੇਂ ਹੀ ਬਿਨਾਂ ਗੱਲ ਤੋਂ ਜਿਹੜਾ ਝੋਲਾ ਚੁੱਕਿਆ ਤੁਰ ਪਈਏ, ਉਹਨੂੰ ਹੱਲੇ ਰੋਕਣਾ ਚਾਹੁੰਦੇ ਨੇ। ਹਜੇ ਸਿਚੁਏਸ਼ਨ ਕੋਵਿਡ ਦੀ ਨਾਰਮਲ ਨਹੀਂ। ਟੂਰਿਜ਼ਮ ਵਾਸਤੇ, ਗੈਰ ਜ਼ਰੂਰੀ ਸਫ਼ਰ ਵਾਸਤੇ ਭਾਰਤ ਹਜੇ ਖੁੱਲਾ ਨਹੀਂ ਜੀ। ਵਿਆਹ, ਬਹੁਤ ਸਾਰੇ ਵਿਆਹ ਦੀ ਗੱਲ ਚੱਲਦੀ, ਵਿਆਹ ਚੱਲੇ ਜੀ। ਵਿਆਹ ਨੌਨ ਅਸੈਂਸ਼ੀਅਲ ਹੈ ਜੀ, ਜ਼ਰੂਰੀ ਨਹੀਂ। ਵਿਆਹ ਕਰਕੇ ਉਹ ਕਹਿੰਦੇ ਭਾਰਤ ਜਾਣਾ ਜ਼ਰੂਰੀ ਨਹੀਂ। ਅਸੀਂ ਤੇ ਕਿੰਨਾ ਦੱਸਿਆ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਵੀ ਵਿਆਹ ਕਰਾਉਣ, ਲਾੜੇ ਨੂੰ ਨਹੀਂ ਆਉਣ ਦਿੱਤਾ, ਜਿਹਦਾ ਮੁੰਡੇ ਦਾ ਵਿਆਹ ਸੀ ਉਹਨੂੰ ਨਹੀਂ ਆਉਣ ਦਿੱਤਾ ਨਾ ਜੀ। ਸੋ ਸਮਝੋ ਭੈਣ ਭਰਾਓ, ਜੇ ਮੀਡੀਆ ਕੁਝ ਕਰਦਾ ਸਹਿਯੋਗ ਦਿਓ, ਸੁਣ ਕੇ ਅਣਸੁਣਿਆ ਕਰੋਗੇ ਸਾਡਾ ਕੁਝ ਨਹੀਂ ਜਾਏਗਾ, ਨੁਕਸਾਨ ਤੁਹਾਡਾ ਹੀ ਹੋਏਗਾ। ਅਸੀਂ ਉਹ ਨੁਕਸਾਨ ਰੋਕਣਾ ਚਾਹੁੰਦੇ, ਤੁਹਾਡੇ ਨਾਲ ਸਹਿਯੋਗ ਕਰਨਾ ਚਾਹੁੰਦੇ ਹਾਂ, ਬਿਲਕੁਲ, ਪਰ ਤੁਹਾਨੂੰ ਵੀ ਥੋੜਾ ਜਿਹਾ ਸਹਿਯੋਗ ਕਰਨਾ ਪਏਗਾ, ਮੇਰੀ ਬੇਨਤੀ ਹੈ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਅਰਸ਼ ਜੀ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ। ਸਾਡੇ ਮੀਡੀਆ ਦੇ ਮੰਨੀ ਪਰਮਨੀ ਹਸਤੀ ਮੇਰੇ ਉਸਤਾਦ ਜੀ ਸਰਦਾਰ ਜੌਲ ਸਿੰਘ ਜੀ ਨੂੰ ਵੀ ਗੁੱਡ ਮਾਰਨਿੰਗ ਜੀ। ਭਾਈ ਜੀ ਥੈਂਕ ਯੂ ਜੀ, ਬਹੁਤ ਜਿੰਨਾ ਖੂਨ ਸੜਿਆ ਉਹ ਵੱਧ ਗਿਆ ਜੀ ਹੁਣ। ਹਾਂ ਜੀ ਬਿਲਕੁਲ ਜੀ। ਦੇਖੋ ਜੌਲ ਸਾਹਿਬ ਨੇ ਜਿੱਦਾਂ 10 ਸਾਲ ਦੇ ਵੈਲਿਡ ਵੀਜ਼ੇ ਬਾਰੇ ਖਬਰ ਪਾਈ ਸੀ, ਮੈਂ ਸਭ ਪੜ੍ਹ ਕੇ ਜਦੇ ਰੇਟ ਇਹਨਾਂ ਨਾਲ ਕਾਲ ਤੇ ਡਿਸਕਸ ਕੀਤੀ ਸੀ। ਜੌਲ ਸਾਹਿਬ ਨੂੰ ਯਾਦ ਹੋਣਾ ਵਾ ਇਹ। ਤੇ ਬਾਕੀ ਇਹਦੀ ਵੀ ਜਿਵੇਂ ਹੁਣ ਕੈਨੇਡਾ ਵਾਲਿਆਂ ਨੇ ਵੀ 10 ਸਾਲ ਦੇ ਵੀਜ਼ੇ ਲੱਗੇ ਆ ਲੋਕਾਂ ਦੇ, ਕੋਈ ਜ਼ਰੂਰੀ ਜਿਹਨੂੰ ਕੋਈ ਇੱਥੇ ਲੋੜ ਵਾ ਉਹਨੂੰ ਐਂਟਰੀ ਮਿਲ ਰਹੀ ਆ ਵਿਜ਼ਟਰ ਵੀਜ਼ੇ ਵਾਲੇ ਨੂੰ। ਸਾਡੇ ਰਿਸ਼ਤੇਦਾਰੀ ਚ ਇੱਕ ਮਦਰ ਆਈ ਆ, ਉਹਦੇ ਬੇਟੇ ਨੂੰ ਕੁਝ ਐਗਜ਼ੈਂਪਸ਼ਨਸ ਹੋਣਗੇ ਉਹਦੇ ਵਿੱਚ ਜੀ। ਹਾਂ, ਜਿਹੜੀ ਡਿਲੀਵਰੀ ਸੀ ਉਹ ਬੱਚੀ ਦੀ ਇੱਥੇ, ਤੇ ਉਸ ਬੇਸ ਤੇ ਉਹਨਾਂ ਨੇ ਲੈਟਰ ਭੇਜਿਆ ਤੇ ਉਹਨੂੰ ਐਂਟਰੀ ਮਿਲੀ ਆ। ਇਸ ਤਰ੍ਹਾਂ ਹੀ ਮੈਂ ਕਹਿੰਦਾ ਵੀ ਇੰਡੀਆ ਨੂੰ ਵੀ ਬੇਨਤੀ ਕੀਤੀ ਜਾਵੇ ਬਈ ਜਿਹੜੇ ਲੋਕਾਂ ਦੇ 10 ਸਾਲ ਦੇ ਵੀਜ਼ੇ ਲੱਗੇ ਆ ਤੇ ਜੇ ਕੋਈ ਜ਼ਰੂਰੀ ਕੰਮ ਆ ਉਹਨਾਂ ਨੂੰ ਨਵਾਂ ਵੀਜ਼ਾ ਦੇਣ ਦੀ ਬਜਾਏ ਉਹਦਾ ਲੈਟਰ ਲੈ ਕੇ ਵੀ ਕੀ ਜ਼ਰੂਰਤ ਆ, ਉਸੇ ਤੇ ਐਂਟਰੀ ਹੋਣੀ ਚਾਹੀਦੀ ਕੈਨੇਡਾ ਨੂੰ। ਇੰਨੀ ਕੁ ਮੈਂ ਬੇਨਤੀ ਕਰਨਾ ਚਾਹੁੰਦਾ ਸਭ ਨੂੰ ਵੀ ਜੇ ਇਹਨਾਂ ਦਾ ਕਹਿ ਦੇ ਥੋੜਾ ਬਹੁਤਾ ਸਰਕਾਰ ਚੈੱਕ ਚੱਲਦਾ ਤਾਂ। ਥੈਂਕ ਯੂ ਜੀ। ਜੀ ਬਾਈ ਜੀ ਬਹੁਤ ਬਹੁਤ ਧੰਨਵਾਦ। ਹੁਣ ਜਿੱਦਾਂ ਕਹਿੰਦੇ ਨਾ ਵੀ ਹਾਥੀ ਲੰਘ ਗਿਆ ਪੂਛ ਰਹਿ ਗਈ, ਅਸੀਂ ਕਿਸੇ ਵੇਲੇ ਵੀ ਐਕਸਪੈਕਟ ਕਰ ਰਹੇ ਹਾਂ ਇੰਡੀਆ ਦੀ ਗਵਰਨਮੈਂਟ ਤੋਂ ਅਨਾਉਂਸ ਕਿ ਵੀ ਵੀਜ਼ਾ ਰੀਇਨਸਟੇਟ ਹੋ ਗਏ ਆ। ਐਕਸਪੈਕਟ ਕਰ ਰਹੇ ਹਾਂ, ਹਜੇ ਆਸ ਕਰ ਰਹੇ, ਹੋਇਆ ਨਹੀਂ। ਹੁਣ ਫੇਰ ਨਾ ਕਿ ਮੁੜ ਕੇ ਹੈਡਲਾਈਨ ਬਣ ਜਾਣੀ ਹੈ। ਆਸ ਕਰ ਰਹੇ ਆ ਵੀ ਅਗਲੇ ਦਿਨਾਂ 'ਚ ਇਹ ਅਨਾਉਂਸਮੈਂਟ ਆ ਜੇ ਇਸ ਮਹੀਨੇ ਦੇ ਐਂਡ ਤੱਕ ਵੀ ਲਓ ਜੀ, ਕਿਉਂਕਿ ਦੁਸਹਿਰਾ ਆ ਰਿਹਾ, ਨਵਰਾਤਰੀ ਅੱਜ ਸ਼ੁਰੂ ਹੋ ਗਈ। ਹਾਂਜੀ, ਵਧਾਈਆਂ ਸਾਰਿਆਂ ਨੂੰ ਜੀ। ਅੱਛਾ, ਦੀਵਾਲੀ ਆ ਰਹੀ ਆ, ਭੈਣ ਭਰਾਵਾਂ ਨੇ ਜਾਣਾ, ਵਿਆਹ ਨੇ, ਬਾਕੀ ਸਭ ਕੁਝ ਹੈ ਹਨਾ। ਅੱਛਾ, ਵੀ ਉਹ ਸਿਲਸਿਲੇ 'ਚ ਸ਼ਾਇਦ ਅਨਾਉਂਸਮੈਂਟ ਆਵੇ। ਪਿਛਲੇ ਦਿਨ ਇਹ ਵੀ ਹੋਮ ਮਿਨਿਸਟਰੀ ਤੋਂ ਸੰਕੇਤ ਮਿਲਿਆ ਸੀਗਾ ਇੰਡੀਆ ਤੋਂ ਵੀ ਜਿਹੜੇ ਪਹਿਲੇ 1 ਲੱਖ ਐਪਲੀਕੈਂਟ ਹੋਣਗੇ ਨਾ ਟੂਰਿਸਟ ਵੀਜ਼ਾ ਦੇ, ਉਹਨਾਂ ਕੋਲ ਅਸੀਂ ਫੀਸ ਨਹੀਂ ਲਵਾਂਗੇ ਤੇ ਟੂਰਿਜ਼ਮ ਆ ਜਿਹੜਾ ਅਸੀਂ ਇਨਕਰੇਜ ਕਰਨਾ ਚਾਹੁੰਦੇ ਹਾਂ। ਰਾਈਟ। ਹੁਣ ਮੈਨੂੰ ਥੋੜਾ ਜਿਹਾ ਇੱਕ ਵਾਰੀ ਫਿਰ ਟਾਈਮ ਲਾਉਣਾ ਪੈਣਾ, ਕਿਤੇ ਕਨਫਿਊਜ਼ ਹੋ ਜਾਂਦੇ ਸਾਡੇ ਭੈਣ ਭਰਾ। ਕਿੰਨਾ ਸਾਦਾ ਸਿੰਪਲ ਪੰਜਾਬੀ 'ਚ ਦੱਸਿਆ ਹੋਇਆ ਵੀ ਕੈਨੇਡਾ 7 ਸਤੰਬਰ ਸਾਰੀ ਦੁਨੀਆ ਵਾਸਤੇ ਸਾਰੀ ਤਰ੍ਹਾਂ ਦੇ ਵੀਜ਼ਿਆਂ ਵਾਸਤੇ ਖੁੱਲ ਗਿਆ ਸੀ। ਹਾਂਜੀ, ਉਸ ਤੋਂ ਪਹਿਲਾਂ ਅਗਸਤ ਮਹੀਨੇ 'ਚ ਅਮਰੀਕਾ ਵਾਲਿਆਂ ਵਾਸਤੇ ਖੋਲ੍ਹਤਾ ਸੀ ਕੈਨੇਡਾ। ਸੋ ਕੈਨੇਡਾ ਦਾ ਜੇ ਕਿਸੇ ਦੇ ਪਾਸਪੋਰਟ 'ਚ ਵੈਲਿਡ ਵੀਜ਼ਾ ਲੱਗਾ, ਉਹ ਕੋਵਿਡ ਦੀਆਂ ਕੰਡੀਸ਼ਨਸ ਪੂਰੀਆਂ ਕਰਕੇ ਸਾਰੇ ਹੀ ਟਰੈਵਲ ਕਰ ਸਕਦੇ ਨੇ, ਰੁਕਾਵਟ ਕੋਈ ਨਹੀਂ ਜੀ। ਇੱਥੇ ਕਨਫਿਊਜ਼ ਨਹੀਂ ਹੋਣਾ। ਕੈਨੇਡਾ ਆਉਣ ਲਈ ਰੁਕਾਵਟ ਕੋਈ ਨਹੀਂ। ਜਿਨ੍ਹਾਂ ਕੋਲ ਵੀਜ਼ਾ ਹੁਣ ਪਿੱਛੇ ਚੜ੍ਹਨ ਲੱਗਾ ਇੱਕ ਰਾਗੀ ਜਥਾ ਉੱਥੋਂ ਦਿੱਲੀ ਤੋਂ ਹਨਾ, 4-5 ਦਿਨਾਂ ਦੀ ਗੱਲ ਹੀ ਆ, ਉਹਨਾਂ ਨਾਲ ਹਜੇ 3-4 ਮਹੀਨੇ ਪਹਿਲਾਂ ਗੱਲ ਹੋਈ ਸੀ ਵੀ ਤੁਸੀਂ ਵੀਜ਼ਾ ਤੁਹਾਡੇ ਪਾਸਪੋਰਟ 'ਚ ਵੈਲਿਡ ਦਿਸਦਾ ਪਰ ਇਹ ਵੈਲਿਡ ਨਹੀਂ ਹੈਗਾ, ਆਇਓ ਨਾ। ਉਹਦੇ ਬਾਵਜੂਦ ਜਿੱਦਣ ਆਹ ਫਲਾਈਟਾਂ ਹੋਈਆਂ ਨਾ ਰਿਜ਼ਿਊਮ 7 ਸਤੰਬਰੋਂ, ਕਨਫਿਊਜ਼ ਹੋ ਗਏ। ਉਦੋਂ ਫੋਨ ਨਹੀਂ ਕੀਤਾ, ਟਿਕਟ ਲੈ ਕੇ ਏਅਰਪੋਰਟ ਤੇ ਨਹੀਂ ਚੱਲ ਗਏ ਕੈਨੇਡਾ ਆਉਣ ਨੂੰ 3 ਜਣੇ, ਤੇ ਉੱਥੇ ਉਹਨਾਂ ਨੇ ਜਹਾਜ਼ 'ਚ ਨਹੀਂ ਚੜ੍ਹਨ ਦਿੱਤੇ।
ਵੀ ਤੁਹਾਡਾ ਜਿਹੜਾ ਵਰਕ ਵੀਜ਼ਾ, ਤੁਹਾਡਾ ਇਹ ਵਿਜ਼ਿਟਰ ਵੀਜ਼ਾ ਥੋੜਾ ਅੰਡਰਸਟੈਂਡ ਕਰੋ। ਉਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਕਿੱਦਾਂ ਆਉਣਾ। ਜੀ 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 ਜੀ। ਉਹ ਉਹਨਾਂ ਨੇ ਫੋਲੋ ਨਹੀਂ ਕੀਤਾ, ਸੁਣ ਕੇ ਅਣਸੁਣਿਆ ਕੀਤਾ ਰਾਗੀ ਜਥੇ ਨੇ, ਸੁਣ ਕੇ ਅਣਸੁਣਿਆ ਕੀਤਾ ਰਾਗੀ ਜਥੇ ਨੇ, ਏਅਰਪੋਰਟ ਤੇ ਨਹੀਂ ਜਾ ਬਹਿਣ ਦਿੱਤਾ। ਸੋ ਰਾਗੀਆਂ ਨੂੰ ਤਾਂ ਅਸੀਂ ਸੁਣ ਕੇ ਅਣਸੁਣਿਆ ਕਰੀਏ ਤੇ ਮਤਲਬ ਸਮਝ ਦੀ ਗੱਲ ਆਉਂਦੀ ਹੈ। ਰਾਗੀ ਸਿੰਘ ਜੀ ਸਾਨੂੰ ਸੰਗਤ ਨੂੰ ਸੁਣ ਕੇ ਅਣਸੁਣਿਆ ਕਰਨ ਦੀ ਬੜੀ ਗੱਲ ਹੈਰਾਨੀ ਦੀ ਹੈ। ਸੋ ਇਸ ਕਰਕੇ ਕੈਨੇਡਾ ਦਾ ਵੀਜ਼ਾ ਤੁਹਾਡੇ ਪਾਸਪੋਰਟ 'ਚ ਜੇ ਵੈਲਿਡ ਦਿਸਦਾ ਤੇ ਉਹ ਵੈਲਿਡ ਹੈ ਟਰੈਵਲ ਵਾਸਤੇ ਜੀ। ਇੰਡੀਆ ਦਾ ਵੀਜ਼ਾ ਜੇ ਤੁਹਾਡੇ ਪਾਸਪੋਰਟ 'ਚ ਲੱਗਾ ਟੂਰਿਸਟ ਵੈਲਿਡ ਦਿਸਦਾ ਤੇ ਉਹ ਵੈਲਿਡ ਨਹੀਂ ਹੈਗਾ। ਉਹਦੇ ਵਾਸਤੇ ਐਮਰਜੈਂਸੀ ਉਹ ਵੀਜ਼ਾ ਦਿੰਦੇ ਆ, ਚਲੋ। ਬਟ ਹੁਣ ਜਿੱਦਾਂ ਬਾਈ ਜੀ ਕਹਿੰਦੇ ਰਿਕੁਐਸਟ ਕਰ ਦਿਓ, ਕਰ ਵੀ ਲੈਂਦੇ, ਪਰ ਮੈਨੂੰ ਲੱਗਦਾ ਵੀ ਹੱਥ ਹੀ ਨਿਕਲ ਗਿਆ, ਪੂਛ ਰਹਿ ਗਈ ਆ। ਬਹੁਤ ਹੀ ਤਕਲੀਫ ਵਾਲਾ ਸਮਾਂ ਆਪਾਂ ਹੰਢਾ ਚੁੱਕੇ ਆ, ਥੋੜਾ ਜਿਹਾ ਦੁੱਖ ਹੋਰ ਬਾਕੀ ਹੈ, ਬਰਦਾਸ਼ਤ ਕਰ ਲਈਏ। ਲਾਸਟ ਕਾਲ ਆਫ ਦੀ ਇਵਨਿੰਗ, ਫਿਰ ਆਪਾਂ ਕੁਝ ਲਾਸਟ ਜ਼ਰੂਰੀ ਗੱਲਬਾਤ ਕਰਨੀ ਹੈ, ਫਿਰ ਆਪਾਂ ਵਾਈਂਡ ਅਪ ਕਰਾਂਗੇ ਜੀ। ਸਤਿ ਸ਼੍ਰੀ ਅਕਾਲ ਜੀ। ਗੁੱਡ ਮਾਰਨਿੰਗ ਅਰਸ਼, ਸਤਪਾਲ ਜੌਲ ਜੀ ਨੂੰ ਬਾਈ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਸਾਹਿਬ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ। ਸਤਪਾਲ ਜੌਲ ਜੀ ਨੂੰ ਅਸੀਂ ਬਹੁਤ ਲੰਮੇ ਸਮੇਂ ਤੋਂ ਸੁਣਦੇ ਹਾਂ ਤੇ ਬਹੁਤ ਵਧੀਆ ਨਿਊਜ਼ੇਬਲ ਗੱਲਾਂ ਇਹਨਾਂ ਦੀਆਂ ਹੁੰਦੀਆਂ ਜੀ। ਸਾਰਿਆਂ ਨੂੰ ਨਾ ਇਹਨਾਂ ਨੂੰ ਸਾਨੂੰ ਵੀ ਵਿੱਚੇ ਮੈਂ ਆ ਅਮਲ ਜ਼ਰੂਰ ਕਰਨਾ ਚਾਹੀਦਾ ਹੈਗਾ। ਗਰੁੱਪ ਬਣੇ ਹੋਏ ਆ, ਪਹਿਲਾਂ ਨਿਊਜ਼ ਭੇਜਦੇ ਹੈਗੇ ਆ ਤੇ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਜੀ। ਥੈਂਕ ਯੂ ਸੋ ਮਚ ਜੀ ਕਾਲਾ ਭਾਈ, ਥੈਂਕ ਯੂ ਸੋ ਮਚ ਜੀ, ਥੈਂਕ ਯੂ ਜੀ। ਲੈਂਦੇ ਆ ਨੈਕਸਟ ਕਾਲ ਆਉਂਦੀ ਹੈ ਜੌਲ ਸਾਹਿਬ, ਪਹਿਲਾਂ ਆਪਾਂ ਵਾਈਂਡ ਅਪ ਕਰ ਲਈ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੌਲ ਸਾਹਿਬ ਅੱਜ ਤਾਂ ਬਾਹਲਾ ਹੀ ਦੁਆਲੇ ਹੋਏ ਆ ਆਪਣੇ ਸਰੋਤਿਆਂ ਦੇ ਤੁਸੀਂ ਤੇ ਜਾਇਜ਼ ਗੱਲ ਹੈ ਜੀ, ਬਣਦਾ ਵੀ ਆ। ਹਾਂਜੀ ਬਣਦਾ ਵੀ ਆ। ਹਾਂਜੀ ਹਾਂਜੀ, ਪਰ ਗੱਲ ਆ ਵੀ ਹੁਣ ਜਦੋਂ ਆਪਾਂ ਗੱਲਬਾਤ ਕਰਦੇ ਆ ਤੇ ਚੇਤਾ ਭੁੱਲ ਜਾਂਦਾ ਬਹੁਤ ਵਾਰੀ, ਕਿਤੇ ਵਾਰ-ਵਾਰ ਰਿਪੀਟ ਕਰੀਏ ਫੇਮਸ ਹੀ ਆ ਕੇ ਗੱਲ ਟਿਕਦੀ ਆ। 16 ਮਹੀਨਿਆਂ 'ਚ ਘੱਟੋ ਘੱਟ 16 ਵਾਰੀ ਤਾਂ ਦੱਸਿਆ ਉਹ ਜ਼ਰੂਰ। ਤੇ ਥੈਂਕ ਯੂ ਵੈਰੀ ਮਚ। ਥੈਂਕ ਯੂ ਸੋ ਮਚ। ਸ਼ਿੱਦਤ ਨਾਲ ਸੁਣੀਦਾ ਤੁਹਾਨੂੰ। ਥੈਂਕ ਯੂ ਸੋ ਮਚ, ਥੈਂਕ ਯੂ ਜੀ। ਜੌਲ ਸਾਹਿਬ ਬਣਦਾ ਵੀ ਹੈ ਵੀ ਗੁੱਸਾ ਜੌਲ ਸਾਹਿਬ ਦਾ, ਬਿਕਾਜ਼ ਇਹਦੀ ਮਿਹਨਤ ਦੇ ਨਾਲ ਸਾਨੂੰ 16 ਮਹੀਨੇ ਤੋਂ ਲਗਾਤਾਰ ਦੱਸਦੇ ਆ ਰਹੇ ਨੇ ਕਿ ਆਹ ਗਲਤ ਹੈ, ਆਹ ਸਹੀ ਹੈ, ਭੈਣੋ ਭਰਾਵੋ, ਆਹ ਕਰਨਾ, ਆਹ ਨਹੀਂ ਕਰਨਾ। ਸੋ ਕਈ ਵਾਰੀ ਜਦੋਂ ਬੱਚਾ ਨਹੀਂ ਮੰਨਦਾ ਤੇ ਪੇਰੈਂਟਸ ਨੂੰ ਫਿਰ ਗੁੱਸਾ ਹੁੰਦਾ ਹੀ ਆ। ਠੀਕ ਹੈ ਅਰਸ਼, ਮੈਂ ਤੁਹਾਨੂੰ ਦੱਸ ਸਕਦਾ ਕਿਉਂਕਿ ਜਦੋਂ ਮੈਂ ਇਸ ਕੰਟਰੀ 'ਚ ਨਵੇਂ ਆਇਆ ਨਾ ਜੀ, ਇਹ ਮੈਂ ਆਮ ਸੁਣਦਾ ਹੁੰਦਾ ਸੀ, ਪਤਾ ਨਹੀਂ ਲੱਗਾ ਜੀ, ਸੁਣਿਆ ਨਹੀਂ, ਦੱਸਿਆ ਨਹੀਂ ਕਿਸੇ ਨੇ। ਹਰ ਗਲਤੀ ਦਾ ਬਹਾਨਾ ਅਸੀਂ ਆਹ ਰੱਖਿਆ ਹੁੰਦਾ ਸੀਗਾ, ਤਕੀਆ ਕਲਾਮ ਜਾਂ ਕਹ ਲਓ ਵੀ ਕੱਚ 'ਚ ਮੂੰਗਲੀ ਵਾਲੀ ਗੱਲ, ਜਿਹੜੀ ਗਲਤੀ ਹੋ ਜਾਣੀ ਪਤਾ ਨਹੀਂ ਲੱਗਾ ਜੀ। ਹੁਣ ਮੈਂ ਤਾਂ ਆਪਣੀ ਸਕਿਨ ਤੇ ਇਹ ਚੀਜ਼ਾਂ ਹੰਢਾ ਰਿਹਾ। ਆ ਕਾਲਾ ਕੰਮਿਆਣੀਆਂ ਜੀ ਦੱਸ ਕੇ ਗਏ ਆ ਜੀ, ਮੇਨ ਸਟ੍ਰੀਮ ਨਾਲੋਂ ਪਹਿਲਾਂ ਤੇ ਗੁਰੂ ਮਹਾਰਾਜ ਜੀਆਂ ਦੀ ਕਿਰਪਾ, ਸਾਡੀ ਸੰਗਤ ਦੀ ਬਲੈਸਿੰਗ, ਸਾਡੇ ਕੋਲ ਇਸ ਵੇਲੇ ਇਹ ਐਬਿਲਿਟੀ ਆ ਜੀ। ਬਿਲਕੁਲ, ਬਹੁਤ ਸਾਰੀ ਇਨਫੋਰਮੇਸ਼ਨ ਤੁਹਾਨੂੰ ਮੇਨ ਸਟ੍ਰੀਮ ਜਾਂ ਬਾਅਦ ਵਿੱਚ ਦੋ ਪਹਿਲਾਂ ਅਸੀਂ ਦੇਵਾਂਗੇ, ਉਹ ਦੇ ਰਹੇ ਹਾਂ। ਜਿਨ੍ਹਾਂ ਦੇ ਕੋਲ ਫੋਨ ਹੈ, ਜਿਨ੍ਹਾਂ ਕੋਲ ਜਾ ਰਹੀਆਂ, ਪਤਾ ਉਹਨਾਂ ਨੂੰ ਵੀ ਦੇ ਰਹੇ ਆ ਪਹਿਲਾਂ ਜੀ। ਇਹਦੇ ਬਾਵਜੂਦ ਵੀ ਇਹ ਭੈਣ ਭਰਾ ਨੇ ਜਾਣੀ ਕਿ ਉਹਨੂੰ ਇਗਨੋਰ ਕਰਨਾ, ਖੋਲ ਕੇ ਪੜ੍ਹਨਾ ਹੀ ਨਹੀਂ। 2-3 ਤਾਂ ਸਤਰਾਂ ਹੁੰਦੀਆਂ ਲਾਈਨਾਂ, ਕਿੰਨਾ ਕੋਈ ਲੇਖ ਹੁੰਦਾ ਕੋਈ 500 ਵਰਡ ਦਾ, 2-3 ਸਤਰਾਂ ਹੁੰਦੀਆਂ, ਉਹ ਵੀ ਜੇ ਨਹੀਂ ਪੜ੍ਹਨੀਆਂ। ਆਪਾਂ ਇੰਨੇ ਸੋਚਦੇ ਹਾਂ, ਨੁਕਸਾਨ ਹੋਣ ਤੋਂ ਬਾਅਦ ਜਦੋਂ ਸਾਨੂੰ ਹੀ ਫੋਨ ਕਰਨਗੇ, ਅਸੀਂ ਇਨਫੋਰਮੇਸ਼ਨ ਫੋਨ ਭੇਜੀ ਆ ਆਪਣਾ ਖੂਨ ਪਸੀਨਾ ਲਾ ਕੇ, ਉਹਨਾਂ ਨੇ ਉਹ ਪੜ੍ਹੀ ਨਹੀਂ, ਨੁਕਸਾਨ ਹੋ ਗਿਆ, ਫਿਰ ਫੋਨ ਸਾਨੂੰ ਕਰਨਗੇ, ਸਾਨੂੰ ਫਿਰ ਇਤਰਾਜ਼ ਆਉਂਦਾ ਜੀ। ਬਿਲਕੁਲ, ਉਹ ਫੋਨ 'ਚ ਪਿਆ ਤੁਹਾਡੇ ਸਵਾਲ ਦਾ ਜਵਾਬ 4 ਦਿਨ ਪਹਿਲਾਂ ਦਿੱਤਾ ਸੀ, 6 ਦਿਨ ਪਹਿਲਾਂ ਦਿੱਤਾ ਸੀ, ਤੁਹਾਡੇ ਫੋਨ 'ਚ ਪਿਆ, ਤੁਸੀਂ ਉਦਮ ਹੀ ਨਹੀਂ ਕੀਤਾ ਪੜ੍ਹਨ ਦਾ। ਸੋ ਇਸ ਕਰਕੇ ਆਪਾਂ ਜੇ ਤਾੜੀ ਦੋਨਾਂ ਹੱਥਾਂ ਨਾਲ ਵਜਾਵਾਂਗੇ ਤੇ ਵਧੀਆ ਜਿਹੜੀਆਂ ਸੰਗੀਤਕ ਲਹਿਰਾਂ ਚੱਲਣਗੀਆਂ ਤੇ ਆਨੰਦ ਆਵੇਗਾ। ਤਾੜੀ ਦੋਨਾਂ ਹੱਥਾਂ ਨਾਲ ਵਜਾਈਏ। ਅਸੀਂ ਕੁਝ ਕਹਿ ਰਹੇ ਹਾਂ, ਤੁਸੀਂ ਵੀ ਆਪਣਾ ਸਮਾਂ ਲਾ ਰਹੇ ਹੋ, ਅਸੀਂ ਸਮਾਂ ਤੇ ਲਾ ਹੀ ਰਹੇ ਹਾਂ, ਨਾਲ ਅਸੀਂ ਆਪਣਾ ਖੂਨ ਪਸੀਨਾ ਵੀ ਲਾ ਰਹੇ ਹਾਂ ਕੰਮਾਂ 'ਚ। ਜੇ ਹਿਰਤ ਜਾਂਦਾ ਜੀ, ਅਫਸੋਸ ਤੁਹਾਨੂੰ ਵੀ ਹੋਣਾ ਚਾਹੀਦਾ। ਸਾਨੂੰ ਅਫਸੋਸ ਵੱਧ ਹੁੰਦਾ ਕਿ ਅਸੀਂ ਤੁਹਾਡਾ ਨੁਕਸਾਨ ਰੋਕਣਾ ਚਾਹੁੰਦੇ ਹਾਂ, ਉਹਦੇ ਬਾਵਜੂਦ ਤੁਸੀਂ ਆਪਣਾ ਨੁਕਸਾਨ ਜਿਹੜਾ ਰੋਕ ਨਹੀਂ ਸਕੇ ਸਾਡੀ ਕਹੀ ਹੋਈ ਗੱਲ ਨੂੰ ਅਣਸੁਣੀ ਕਰਕੇ, ਤੇ ਫਿਰ ਇਹ ਨਾ ਹੋਵੇ, ਇਸ ਕਰਕੇ ਆਪਾਂ ਸਮਾਂ ਲਾਇਆ ਜੀ। ਜੌਲ ਸਾਹਿਬ, ਇੱਕ ਕੁਇਕਲੀ ਲਾਸਟਲੀ ਤੁਸੀਂ ਜੇ ਕਿਹਾ ਗੱਲ ਸੁਣ ਕੇ ਅਣਸੁਣਿਆ, ਹੁਣ ਥੈਂਕਸ ਗਿਵਿੰਗ ਆ ਰਹੀ ਹੈ ਜੀ, ਹੌਲੀਡੇ ਸੀਜ਼ਨਸ ਆ ਰਹੇ ਆ, ਜਿੱਦਾਂ ਹੁਣ ਦੀਵਾਲੀ ਆ ਰਹੀ ਆ, ਕ੍ਰਿਸਮਸ ਆ ਰਹੀ ਆ, ਹੈਲੋਵੀਨ ਆ ਰਹੀ ਆ, ਕਰਵਾ ਚੌਥ ਆ ਰਹੀ, ਨਵਰਾਤਰੇ ਆ ਰਹੇ ਆ, ਕਾਫੀ ਹੁਣ ਸੀਜ਼ਨਲ ਸਾਡਾ ਐਂਡ ਆਫ ਦਾ ਚਲੋ ਟਾਈਮ ਆ ਗਿਆ ਫॉर द ईयर ऑफ 2021। ਤੁਸੀਂ ਜਿੱਦਾਂ ਕਿਹਾ ਸੁਣ ਕੇ ਅਣਸੁਣਿਆ ਕਿ ਜਦੋਂ ਹੁਣ ਪੁਲਿਸ ਡਰਾਈਵਰਸ, ਪੁਲਿਸ ਪੈਟਰੋਲ, ਪੁਲਿਸ ਅਲਕੋਹਲ ਸਟੇਸ਼ਨਸ ਜਿਹੜੇ ਪੈਟਰੋਲਿੰਗਸ ਹੋਣਗੀਆਂ ਥਾਂ ਥਾਂ 'ਤੇ, ਉਹ ਸਾਨੂੰ ਤਾਂ ਪਤਾ ਨਹੀਂ ਲੱਗਾ, ਤੇ ਆ ਵੀ ਆ, ਉਹ ਵੀ ਆ, ਇਹ ਵੀ ਆ। ਸੋ ਸਾਨੂੰ ਬੇਨਤੀ ਹੈ ਜੀ ਜੌਲ ਸਾਹਿਬ ਵੱਲੋਂ ਵੀ ਕਿ ਹੁਣ ਤਾਂ ਹੌਲੀਡੇ ਸੀਜ਼ਨਸ ਆਉਣ ਵਾਲੇ, ਤੁਸੀਂ ਆਪਣਾ ਬਚਾਅ 'ਚ ਬਚਾਇਆ ਜੀ।
ਇਸ ਤਰ੍ਹਾਂ ਉਹ ਨਾ ਜਦੋਂ ਆਪਾਂ ਕੋਈ ਵੀ ਗੱਲ ਕਰਦੇ ਹਾਂ ਕਿਸੇ ਨੁਕਸ ਦੀ ਨੈਚੁਰਲੀ ਕਰਨੀ ਪੈ ਜਾਂਦੀ ਜੇ ਹੋਵੇ ਤਾਂ ਨਾ, ਸਾਰਿਆਂ ਦੀ ਨੁਕਸ ਨੇ, ਆਪਾਂ ਸਾਰੇ ਇੱਕ ਦੂਜੇ ਤੋਂ ਲਰਨ ਕਰਦੇ ਹਾਂ। ਪਰ ਫਿਰ ਕੁਛ ਖਾਸ ਕਿਸਮ ਦੇ ਸ਼ਖਸ ਹਨ ਜਿਨ੍ਹਾਂ ਨੂੰ ਫਿਕਰ ਪੈ ਜਾਂਦਾ ਵੀ ਕਿਤੇ ਸਾਰਿਆਂ ਨੂੰ ਤਾਂ ਨਹੀਂ ਕਹਿਤਾ, ਰਾਈਟ, ਉਹ ਕਿਤੇ ਸਾਰੀ ਕਮਿਊਨਿਟੀ ਨੂੰ ਤਾਂ ਨਹੀਂ ਕਹਿਤਾ, ਜਦ ਕਿ ਗੱਲ ਤੇ ਉਹਦੀ ਹੁੰਦੀ ਆ, ਉਹਨਾਂ ਦੀ ਹੁੰਦੀ ਆ ਜਿਹੜੇ ਜਾਂ ਜਿਹੜੀਆਂ ਦੀ ਉਹ ਹੋਵੇ। ਸਾਰੇ ਸਾਰੀਆਂ ਤੇ ਸਾਰੀ ਕਮਿਊਨਿਟੀ ਦੀ ਗੱਲ ਮੈਂ ਸਮਝਦਾ ਵਿੱਚੋਂ ਵਾੜ ਘਸੋੜ ਪਤਾ ਨਹੀਂ ਕਿੱਥੇ ਜਾਂਦੀ ਵੀ ਇਹਦੇ ਨਾਲ ਕਿਸੇ ਨੂੰ ਕੀ ਮਿਲਦਾ। ਰਾਈਟ, ਸਾਰਾ ਤਾਂ 100% ਜਗਤ ਵਿੱਚ ਕੁਝ ਵੀ ਨਹੀਂ ਹੈਗਾ, ਤੇ ਸਾਰੇ ਵਾਲੀ ਗੱਲ ਆ ਕਿੱਥੋਂ ਗਈ? ਇਸੇ ਕਰਕੇ ਹੀ ਆ ਇਹ ਕਈ ਗੱਲ ਨੂੰ ਅਣਸੁਣੀ ਕਰਨਾ ਸਾਰੀਆਂ ਹੀ ਕਮਿਊਨਿਟੀ ਵਿੱਚ ਹੈਗੀਆਂ ਜੀ। ਪਰ ਜਿੰਨਾ ਚਿਰ ਸਾਡੇ 'ਚ ਆ, ਸਾਨੂੰ ਹੋਰ ਕਮਿਊਨਿਟੀ ਦਾ ਫਿਕਰ ਕਰਨ ਦੀ ਲੋੜ ਨਹੀਂ ਵੀ ਉਹਨਾਂ ਦੇ ਵੀ ਹੈ ਕਿ ਨੁਕਸ ਨਹੀਂ। ਪਰ ਜਿੰਨਾ ਚਿਰ ਸਾਡੇ 'ਚ ਹੀ ਆ, ਅਸੀਂ ਆਪਣਾ ਕੱਢ ਲਈਏ ਫਿਰ ਹੋਰਨਾਂ ਦਾ ਫਿਕਰ ਕਰ ਲਾਂਗੇ ਜੀ। ਹੁਣ ਪੁਲਿਸ ਹਰ ਸਾਲ ਰਾਈਡ ਆਪਰੇਸ਼ਨ, ਪੁਲਿਸ ਹਰ ਲੌਂਗ ਵੀਕਐਂਡ ਤੇ ਚੌਂਕਾਂ ਤੇ ਸਾਰਾ ਸਾਲ ਹੀ ਸ਼ਰਾਬਣਾਂ ਨੂੰ ਉਹ ਫੜਦੇ ਆ। ਪਰ ਫੇਰ ਵੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਦਹਾਕਿਆਂ ਤੋਂ ਇਹ ਕੰਮ ਕਰੀ ਜਾ ਰਹੇ ਹਾਂ, ਫੜੀ ਜਾ ਰਹੇ ਹਾਂ, ਚਾਰਜ ਕਰੀ ਜਾ ਰਹੇ ਹਾਂ, ਲੋਕ ਖੱਜਲ ਹੋਈ ਜਾ ਰਹੇ, ਤਰੀਕਾਂ ਭੁਗਤੀ ਜਾ ਰਹੇ, ਸ਼ਿਫਟਾਂ ਲਾ ਕੇ ਤਰ੍ਹਾਂ ਦੀਆਂ ਸਜ਼ਾਵਾਂ ਜੀ। ਪਰ ਮੈਸੇਜ ਨਹੀਂ ਅੰਡਰਸਟੈਂਡ ਕਰ ਰਹੇ ਵੀ ਅਸੀਂ ਸ਼ਰਾਬੀ ਨਸ਼ਈ ਹੋ ਕੇ ਗੱਡੀ ਨਹੀਂ ਚਲਾਉਣੀ। ਕਿਉਂ? ਇਹ 100% ਲੋਕਾਂ ਨੂੰ ਸਮਝ ਨਹੀਂ ਆਉਂਦਾ, ਇਹ ਹੁਣ ਕੋਈ ਰੱਬ ਦਾ ਕੰਮ ਹੀ ਆ। ਸੋ ਇਸ ਕਰਕੇ ਸੁਣ ਕੇ ਗੱਲ ਨੂੰ ਅਣਸੁਣਿਆ ਕਰਨ ਵਾਲੇ ਲੋਕ ਇਸ ਧਰਤੀ ਤੇ ਸਾਰੀਆਂ ਹੀ ਕਮਿਊਨਿਟੀਜ਼ ਦੇ ਵਿੱਚ ਹੈਗੇ ਆ ਜੀ। ਪਰ ਆਓ ਭੈਣ ਭਰਾਓ, ਉਹਨਾਂ ਦਾ ਫਿਕਰ ਸਾਰਿਆਂ ਦਾ ਛੱਡ ਦਈਏ, ਆਪਣਾ ਕਰ ਲਈਏ। ਜਿੰਨਾ ਚਿਰ ਅਸੀਂ ਆਪ ਅੰਦਰੋਂ ਗੱਲ ਨੂੰ ਸੁਣ ਕੇ ਅਣਸੁਣੀ ਕਰਨ ਵਾਲੇ ਹੋਵਾਂਗੇ, ਉਹਨਾਂ ਚਿਰ ਨੁਕਸਾਨ ਸਾਡਾ ਤਾਂ ਹੋਣਾ ਹੀ ਆ ਜੀ। ਬਾਕੀ ਕਮਿਊਨਿਟੀਜ਼ ਦਾ, ਲੋਕਾਂ ਦਾ, ਜਗਤ ਦਾ ਚਿੰਤਾ ਕਰਨ ਦਾ ਕੋਈ ਲਾਭ ਨਹੀਂ, ਆਪਾਂ ਨੂੰ ਕੋਈ ਫਾਇਦਾ ਨਹੀਂ। ਆਪਣਾਪਨ ਅਸੀਂ ਠੀਕ ਕਰ ਲਾਂਗੇ, ਸਾਰਾ ਸੰਸਾਰ ਹੀ ਠੀਕ ਹੋ ਜਾਊਗਾ, ਸਾਰੀਆਂ ਕਮਿਊਨਿਟੀਜ਼ ਜੀ ਬਿਲਕੁਲ। ਸੋ ਆਓ ਆਪਣੇ ਤੋਂ ਸ਼ੁਰੂ ਕਰੀਏ। ਸੁਣ ਕੇ ਗੱਲ ਨੂੰ ਅਣਸੁਣੀ ਕਰਨ ਦਾ ਜਿਹੜਾ ਇਹ ਆਪਣਾ ਐਟੀਟਿਊਡ ਆ, ਇਹਨੂੰ ਅੱਜੇ ਹੀ ਬਦਲੀਏ। ਸੁਣੀਏ, ਮੰਨੀਏ, ਮਨ ਰੱਖੀਏ ਪਾਓ, ਤੇ ਬਣ ਵੀ ਕਹਿੰਦੀ। 4168953784 4168953784। ਇੱਕ ਵਾਰੀ ਫਿਰ ਤੋਂ 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।